नमो कार जोरी। श्री हरि कृष्ण मनाए बहोरी। तेग बहादुर परम कृपाला। गुर परम कृपाला। श्री गुरु गोबिंद सिंह विसाला। धरों धरा पर पुन पुन सीसा जी। पुन पुन सीसा। बंदों बार बार जगदीशा। जिसमें अमृत ज्ञान है मानिक भगत वैराग। श्री गुरु ग्रंथ साहिब उदद बंदों कार्य अनुराग। एकंकारा सतगुरु तेह प्रसाद सच होए। वाहिगुरु जी की फतेह। विघन विनाशन सोए। वाहिगुरु जी की फतेह। विघन विनाशन सोए। वाहिगुरु जी की फतेह। दसां पातशाहियां दी जोत तख्त चौर छतर दे मालक धन श्री गुरु ग्रंथ साहिब जी महाराज। सतगुरां दी अपर अपार किरपा रहमत दा सदका जगत गुरु जाहर पीर जगत गुरु बाबा धन धन श्री गुरु नानक देव साहब महाराज जी के पावन पवित्र अस्थान गुरुद्वारा श्री बेग साहिब जी विखे गुरु चरना की हाजरी भर रही गुरु की साजी नवाजी हुई साध संगत जीओ। सतगुरां ने कृपा की है। सत संगत का अमोलक सुभागा समा प्राप्त होया है। गरीब नवाज सतगुरु धन श्री गुरु नानक देव साहब महाराज साहब जी ने रहमत की है। साध संगत जी जिथे आप सरबत गुरु की संगतां गुरु के चरणों की हाजरी भर रहे हो उथे बहुत ही सत्कारयोग दमदमी टकसाल दे सत्कार दो ज्ञानी जी ज्ञानी बलविंदर सिंह जी बुट्टर जो साध संगत जी महाराज साहब जी की महान कृपा है। गुरु घर दे गुरु के पंथ दे बहुत ही सत्कारयोग विद्वान हैं। सो महाराज साहब जी के चरणों में नमस्कार करके गुरु साहब जी के दरबार की हाजरी भर रहे हैं। सो दास ने तो बेनती की सी उन्होंने कि ज्ञानी जी तुसीं भरो हाजरी आप जी आए हो महाराज साहब जी की कथा सुनाओ। तो वो कहन लगे भी हुण इस तरह दर्शन मेले करने वास्ते आए अगे जाना होगा रुझेवां होगा।
ਸੋ ਗੁਰੂ ਘਰ ਵੱਲੋਂ ਅਸੀਂ ਗਿਆਨੀ ਜੀ ਨੂੰ ਜੀਉ ਆਇਆ ਆਖਦੇ ਹਾਂ, ਜੋ ਪਿਛਲੇ ਸਮੇਂ ਵਿੱਚ 550 ਸਾਲੇ ਤੇ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਹਟ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਬਹੁਤ ਸਮਾਗਮ ਹੋਇਆ ਸੀਗਾ। ਉਹ ਇਹਨਾਂ ਭਾਈ ਸਾਹਿਬ ਜੀ ਨੇ ਉਸ ਵੇਲੇ ਉਹ ਪਾਠ ਬਹੁਤ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਸੀ, ਜੋ ਦਮਦਮੀ ਟਕਸਾਲ ਵੱਲੋਂ ਪਾਠ ਬਹੁਤ ਸਮਾਗਮ ਉਸ ਮੌਕੇ ਤੇ ਕਰਵਾਇਆ ਗਿਆ ਸੀ। ਤੋ ਸਾਧ ਸੰਗਤ ਜੀ, ਅੱਜ ਸਤਿਗੁਰੂ 8ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸੱਚਖੰਡ ਪਿਆਨੇ ਦਾ ਦਿਹਾੜਾ ਵੀ ਹੈ ਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਸੋਭਨੀਕ ਹੋਣ ਦਾ ਦਿਹਾੜਾ ਵੀ ਹੈ। ਔਰ ਨਾਲ ਹੀ ਜਿਵੇਂ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ, ਹਜੂਰੀ ਰਾਗੀ ਜਥਾ ਸਤਿਕਾਰਯੋਗ ਭਾਈ ਦਿਆਲ ਸਿੰਘ ਜੀ, ਤੇ ਉਹਨਾਂ ਨੇ ਪਵਿੱਤਰ ਪੰਕਤੀਆਂ ਪੜ੍ਹੀਆਂ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ ਰਹਾਓ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੋਕਾ ਪੂੰਜੀ ਸੌਪੀ, ਤਾ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾ ਕਰੈ ਗੋ, ਜੋ ਖਾਟਿਓ ਸਗਲੋ ਲੇਖਾ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਕਹੋ ਨਾਨਕ ਹਰਸਿਓ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਜਦੋਂ ਉਹ ਸ਼ਬਦ ਪੜ੍ਹ ਰਹੇ ਸੀ ਤੇ ਖਿਆਲ ਆ ਰਿਹਾ ਸੀ ਕਿ ਸ਼ਾਇਦ ਇਸੇ ਕਰਕੇ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ ਹੋਵੇਗਾ ਕਿ ਗੁਰੂ ਕੇ ਪੰਥ ਦੇ ਮਹਾਨ ਸਤਿਕਾਰਯੋਗ ਮਹਾਂਪੁਰਖ ਜਿਨ੍ਹਾਂ ਨੇ ਕੱਲ੍ਹ ਸਰੀਰ ਤਿਆਗਿਆ ਹੈ ਤੇ ਅੱਜ ਉਹਨਾਂ ਮਹਾਂਪੁਰਖਾਂ ਦਾ ਅੰਤਮ ਸੰਸਕਾਰ ਹੋਇਆ ਹੈ। ਠੱਠੇ ਟਿੱਬੇ ਵਾਲੇ ਸਤਿਕਾਰਯੋਗ ਬਾਬਾ ਜੀ, ਬਾਬਾ ਗੁਰਚਰਨ ਸਿੰਘ ਜੀ, ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਪਿਆਰ ਵਾਲੇ ਸਤਿਕਾਰਯੋਗ ਮਹਾਂਪੁਰਖ ਹੋਏ ਹਨ ਤੇ ਜਿਨ੍ਹਾਂ ਨੇ ਇਸ ਸਥਾਨ ਤੇ ਵੀ ਮਹਾਨ ਸੇਵਾ ਕੀਤੀ ਹੈ। ਔਰ ਇਸੇ ਤਰ੍ਹਾਂ ਜੋ ਪਹਿਲੇ ਮਹਾਂਪੁਰਖ ਹੋਏ ਹਨ, ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ, ਉਹਨਾਂ ਸਾਰੇ ਮਹਾਂਪੁਰਖਾਂ ਨੇ ਗੁਰੂ ਘਰ ਦੀਆਂ ਬੇਅੰਤ ਸੇਵਾਵਾਂ ਨਿਭਾਈਆਂ ਤੇ ਕੱਲ੍ਹ ਉਹ ਮਹਾਂਪੁਰਖ ਸਰੀਰ ਤਿਆਗ ਕਰਕੇ ਸੱਚਖੰਡ ਪਿਆਨਾ ਕਰ ਗਏ ਤੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਸਿੱਖਾਂ ਨੇ ਸ਼ਰਧਾ ਭਾਵਨਾ ਸਹਿਤ ਗੁਰਮਰਿਆਦਾ ਅਨੁਸਾਰ ਮਹਾਂਪੁਰਖਾਂ ਦਾ ਸੰਤ ਬਾਬਾ ਗੁਰਚਰਨ ਸਿੰਘ ਜੀ ਠੱਠੇ ਟਿੱਬੇ ਵਾਲਿਆਂ ਦਾ ਪਾਵਨ ਸਰੀਰ ਦਾ ਸੰਸਕਾਰ ਕੀਤਾ ਹੈ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪੇੜ ਮੱਲਿਆ। ਕਿਉਂਕਿ ਪ੍ਰਭੂ ਦੇ ਪਿਆਰੇ ਐਸੇ ਵਿਰਲੇ ਵਿਰਲੇ ਸੰਸਾਰ ਵਿੱਚ ਆਉਂਦੇ ਹਨ ਜਿਹੜੇ ਆਪ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਤੇ ਚੱਲਦੇ ਆ, ਸੇਵਾ ਤੇ ਸਿਮਰਨ ਕਰਦੇ ਹਨ ਤੇ ਹੋਰਨਾਂ ਨੂੰ ਵੀ ਸੇਵਾ ਤੇ ਸਿਮਰਨ ਕਰਨ ਦੀ ਪ੍ਰੇਰਨਾ ਦਿੰਦੇ ਆ। ਤਾਂ ਹੀ ਮਹਾਰਾਜ ਨੇ ਗੁਰਬਾਣੀ 'ਚ ਆਖਿਆ ਹੈ, ਜਗ ਮਹਿ ਉਤਮ ਕਾਟਿਆ ਹੈ, ਵਿਰਲੇ ਕੇਈ ਕੇ। ਭਾਵੇਂ ਉਹਨਾਂ ਦੇ ਜਾਣ ਨੂੰ ਆਖਿਆ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਪਰ ਫਿਰ ਵੀ ਸੰਸਾਰੀ ਤੌਰ 'ਤੇ ਜਗਿਆਸੂਆਂ ਨੂੰ, ਸੰਗਤ ਨੂੰ, ਜੋ ਉਹਨਾਂ ਦਾ ਦਰਸ਼ਨ, ਉਹਨਾਂ ਦੇ ਬਚਨ, ਉਹ ਵੱਡਾ ਭਾਰੀ ਘਾਟਾ ਵੀ ਜਿਹੜਾ ਹੈ ਉਹ ਸ਼ਰਧਾਲੂਆਂ ਨੂੰ ਪੈਂਦਾ ਹੈ। ਉਂਝ ਤਾਂ ਮਹਾਂਪੁਰਖ ਜੰਮਦੇ ਮਰਦੇ ਨਹੀਂ ਹਨ, ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਤਾਂ ਉਹਨਾਂ ਮਹਾਂਪੁਰਖਾਂ ਦੇ ਪਿਆਰ ਦੇ ਵਿੱਚ ਸੋ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਤੋ ਕੁਝ ਮਿੰਟ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਬੇਨਤੀ ਸਾਂਝੀ ਕਰਕੇ ਤੇ ਫਿਰ ਆਪਾਂ ਲੜੀਵਾਰ ਇਤਿਹਾਸ ਦੇ ਨਾਲ ਜੁੜਾਂਗੇ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਸਤਿਗੁਰਾਂ ਦਾ ਧਿਆਨ ਧਰਦਿਆਂ ਹੋਇਆਂ ਇੱਕ ਵਾਰੀ ਇਹ ਪਵਿੱਤਰ ਪੰਕਤੀ ਆਪਾਂ ਪੜ੍ਹ ਲਈਏ, ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ
ਅਰਦਾਸ ਦੇ ਵਿੱਚ ਉਚਾਰਨ ਕੀਤੀ ਹੈ। ਭਗਉਤੀ ਕੀ ਵਾਰ ਦੀ ਪਹਿਲੀ ਪੌੜੀ ਵਿੱਚ ਉਚਾਰਨ ਕੀਤੀ ਹੈ। ਤੇ ਆਪਾਂ ਜਦੋਂ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਤੇ ਉਸ ਮੌਕੇ ਤੇ ਇਹ ਆਪਾਂ ਮਹਾਰਾਜ ਸਾਹਿਬ ਜੀ ਦੀਆਂ ਪਾਵਨ ਪੰਕਤੀਆਂ ਪੜ੍ਹਦੇ ਹਾਂ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ 8ਵਾਂ ਸਰੂਪ, 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਸਾਰੀ ਸਰੀਰ ਕਾਰਬਲਾ ਸਾਧ ਸੰਗਤ ਜੀ ਪੌਣੇ 8 ਸਾਲ ਹੋਈ ਹੈ, ਪੌਣੇ 8 ਸਾਲ। ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ ਹੈ ਕਿ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਰੀ ਸਰੀਰ ਕਾਰਬਲਾ 7 ਸਾਲ 8 ਮਹੀਨੇ ਤੇ 26 ਦਿਨ ਹੋਏ, ਜਿਸ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਨੇ 2.5 ਸਾਲ ਗੁਰਿਆਈ ਕੀਤੀ ਹੈ ਸਾਧ ਸੰਗਤ। 2.5 ਸਾਲ ਦਾ ਸਮਾਂ ਭਾਈ ਸਾਹਿਬ ਲਿਖਦੇ ਆ ਕਿ 8ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 2 ਸਾਲ 5 ਮਹੀਨੇ ਤੇ 26 ਦਿਨ ਗੁਰਿਆਈ ਕੀਤੀ ਹੈ। ਇਹ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ਹੈ। ਉਹ ਕਹਿੰਦੇ ਹਨ ਤਾਂ ਸਤਿਗੁਰੂ ਗਰੀਬ ਨਵਾਜ 5.25 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਵੇਖੋ ਕੈਸੀ ਅਸਚਰਜ, ਇਹ ਵੀ ਤੇ ਇੱਕ ਕਰਾਮਾਤ ਹੀ ਆ ਨਾ, ਇਹ ਕੋਈ ਛੋਟੀ ਕਰਾਮਾਤ ਤਾਂ ਨਹੀਂ ਗੀ ਵੀ 5.25 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਤਖਤ ਚੌਰ ਛਤਰ ਦੇ ਮਾਲਕ ਹੋਣਾ। ਤੇ ਇਤਿਹਾਸ ਨੇ ਇਹ ਵੀ ਆਖਿਆ ਵੀ ਇਹ ਵੀ ਇੱਕ ਸਿੱਖਾਂ ਦੀ ਬੜੀ ਵੱਡੀ ਪਰਖ ਸੀ। ਕਈਆਂ ਦੇ ਮਨ ਵਿੱਚ ਐਸਾ ਖਿਆਲ ਆਉਂਦਾ ਵੀ ਸੀ ਵੀ ਮਹਾਰਾਜ 5.25 ਸਾਲ ਦੀ ਉਮਰ ਦੇ ਵਿੱਚ 8ਵੇਂ ਪਾਤਸ਼ਾਹ ਬਣ ਗਏ, ਤਖਤ ਚੌਰ ਛਤਰ ਦੇ ਮਾਲਕ ਬਣ ਗਏ, ਹੁਣ 5.25 ਸਾਲ ਦੀ ਕਿੰਨੀ ਕੁ ਉਮਰ ਹੁੰਦੀ ਕਿਤੇ। ਤੇ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। 2.5 ਸਾਲ ਦਾ ਸਮਾਂ। ਰਾਜਾ ਜੈ ਸਿੰਘ ਉਸ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਦਿੱਲੀ ਬੁਲਾਇਆ ਸੀ। ਉਹਦੇ ਬੇਨਤੀ ਤੋਂ ਮਹਾਰਾਜ ਸਾਹਿਬ ਜੀ ਸੰਗਤਾਂ ਦਾ ਭਲਾ ਕਰਨ ਵਾਸਤੇ, ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਦਿੱਲੀ ਗਏ। ਤਾਂ ਰਾਜੇ ਜੈ ਸਿੰਘ ਨੇ ਬੜੇ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ, ਦਰਸ਼ਨ ਕੀਤੇ।
पर राजे जै सिंह के मन में भी ख्याल आ गया भी महाराज की उम्र तो छोटी जी है। जदों अपने घरे लैके गया ना अपने बंगले दे विच, ते राजे के मन में भी ऐसा ख्याल जिहा आया, तो राणी के मन में भी ख्याल आया। तो राणी ने पुराने जे कपड़े पाले गोलियां वाले, नौकरानियां वाले, ते जिहड़ियां अपनियां नौकरानियां सी दासियां सी उन्हां नूं वधिया वधिया कपड़े पवा दिते, वधिया वस्त्र गहने पवा दिते, ते आप सादे जे लिबास पहन करके ते पिछे जे गोलियां दे विच बैठ गई परखण वास्ते। ते मन विच धारण कर लिया कि जे महाराज मैनू लभणगे दस देणगे भी आह राणी है तो फिर मन्नूंगे भी ये 8वें पातशाह। हुण हत्थ विच एक महाराज साहब दे फुल्लां वाली छड़ी आ, सोटी आ फुल्लां वाली, वो जिन्नियां गोलियां बैठियां ना उन्हां दे सिर ते लाउंदे जांदे आ पोली पोली। महाराज कहंदे आ भी राणी नहीं, आ भी राणी नहीं, आ भी राणी नहीं, आ भी नहीं राणी। इस तरह कहंदे कहंदे जिहड़ी पिछे बैठी है ना ਉਹਦੇ सिर ते ला के वो फुल्लां वाली छटी ते कहंदे आ राणी है। महाराज कहंदे भी राणी तैनूं राज भाग दिता परमेश्वर ने, ते तूं गोली क्यों बनदी, तूं इस तरह राज भाग तैनूं दिता। फिर महाराज दे चरनां ते नमस्कार कीते। फिर राजे जै सिंह ने भी माफ़ी मंगी ते राणी ने भी मंगी, महाराज असीं आप जी नूं परखण वास्ते ही इस तरह कर लिया, तुसीं सर्व कला समर्थ। फिर बहुत भावना दे नाल शरधा दे नाल सेवा कीती ते ओ जिस बंगले विच महाराज साहब जी ने चरण पाए वो वेखो बंगला साहिब बन गया। जिथे जाए बह मेरा सतगुरु सो थान सुहावा राम राजे, गुर सिੱਖੀ सो थान भालिया लै धूर मुख लावा। उंज साध संगत जी गुरु साहब जी की वडियाई एडी वड्डी है भी जिहड़ी वस्तु भी गुरु साहब जी दे नाल जुड़ जाती है ना वो सत्कारयोग बन जाती है। जिहड़ी भी वस्तु गुरु साहब नाल जुड़ जाए, महाराज साहब जी ने पत्थर नूं छोह दिती है तो पत्थर भी पंजा साहब बन गया। दातन नूं छोह दिती है तो बेरी की दातन भी बेर साहिब बन गई। गरीब नवाज साहब जी ने वेखो लकड़ ते थां थां ते है, साडे घरां विच भी है, पर लकड़ दा ही मंजी साहब गुरु साहब जी वास्ते जिहदे ते गुरु ग्रंथ साहब महाराज साहब जी प्रकाशमान हुंदे आ, ते ओह मंजी साहिब बन गया। पालकी साहिब, चौर साहिब, रमाला साहिब, सारियां चीज़ां ही उन्होंने सत्कार दिता जाता क्योंकि साहिब दे नाल स्पर्श हो गया। वेखो भावें सस्ता ही होवे कोई चीज़, पर जदों गुरु साहब जी दे नाल जुड़ जाती वो सत्कार पाउंदी। साडे घरां विच भावें महंगे तो महंगा समान भी होवे, बैड बुड पए है ना, कईयां ने बड़े महंगे लैके रखे हुंदे, हुण उन्हां नूं कोई बैड साहब नहीं कहिंदा, वो नहीं कहा सकते। ये महाराज साहब जी का मंजा भावें सस्ता ही होवे, जिहदे उत्ते गुरु साहब जी बैठ जाण मंजा साहिब बन जाता, वो पलंग साहिब बन जाता। वो इट्टां उही हुंदियां वा जिहड़ियां घरां विच लगदियां दूजे तीजे थां ते, जिहड़ियां गुरु के दरबार नूं लग गईयां, दूरों वेख के संगतां सीस झुकाउंदियां। और सामने की कहंदे दरबार साहिब, गुरु का दरबार। हर एक चीज़ सत्कार पाउंदी है। वो बंगला कल्ला बंगला नहीं रह गया, बंगले ते कईयां राजियां महाराजियां दे सी, हुण भी हैन, कई खंडर बन गए, टुट भज गए, किले खंडर बने पे आ, पर वो बंगला बंगला नहीं रह गया, वो बंगला साहिब बन गया। कैसी शोभा बन गई, रहिंदी दुनिया तीक बंगला साहिब। ये गुरु हरकृष्ण साहब महाराज के चरनां की शोह की बरकत है। जिथे बाबा पैर धरे पूजा आसन थापन सोआ। ते दिल्ली विच महाराज ने दर्शन दे करके संगतां नूं उपदेश दे करके निहाल कीता। औरंगजेब बादशाह दर्शन करन वास्ते आया महाराज दे, सतगुरु जी ने दर्शन नहीं दिता, मना कर दिता, दरवाजा ही नहीं खोलिया। ते राजे जय सिंह नूं कह दिता भी असीं नहीं मलेश नूं दर्शन देने, साडे पिता जी ने भी नहीं दर्शन दिते सी इहनूं,
उन्होंने भी आख्या सी नहीं मलेश नूं दर्शन देने, तो असीं भी इस मलेश नूं दर्शन नहीं देने। बेनती की महाराज, औरंगजेब बहुत बेनतियां करता। फिर सतगुरु श्री गुरु नानक देव साहब महाराज जी का एक श्लोक वो लिखा करके भेजिया सी भी इनू पढ़ लवे, ये ते विचार करके ये चल पवे, यही दर्शन समझे। क्या खाद है क्या पैद है होए, जा मन ना ही सच्चा सोए। तो ऐसा श्लोक महाराज साहब जी का वार था। तो गरीब नवाज साहब जी ने यह किरपा की, ये रहमत की। उन्हां दिनां विच दिल्ली दे विच हैजे की बीमारी फैली हुई सी, हैजे की बीमारी। तो सतगुरु जी के दर्शन कर करके संगतां दे रोग कट्टे जा रहे सी। बीमार महाराज साहब जी के दर्शन करने वास्ते आउंदे, ते गुरु साहब जी ने फिर एक जल का कुंड भरा करके उहदे विच अपने चरण पाए, ते उस जल नूं संगतां ने छकिया भी, ते उस जल नूं अपने घरां विच जा करके उहदे नाल इशनान भी कीता, ते रोगियां दे रोग दूर होए। गुरु हरकृष्ण साहब महाराज के दर्शन करन दे नाल भी रोग दूर होए। वो जल छकण दे नाल ते उहदे नाल इशनान करन दे नाल भी रोग दूर होए। श्री हरकृष्ण ध्याइयै जिस डिठै सब दुख जाए। तो महाराज साहब जी ने वो बीमार लोगों को तंदुरुस्ती बख्श दी, क्योंकि समय समय के नाल इस तरह दी बीमारियां बहुत बारी फैलियां हैं। जिवें आ पिछे जे करोना का बड़ा ज़्यादा दौर चलिया, इस तरह उदों दिल्ली विच हैजे की बीमारी का बड़ा वड्डा दौर चलिया। सतगुरां ने तंदुरुस्तियां दित्तियां। अखीर महाराज साहब जी ने अपने शरीर से साध संगत जी ऐसा कौतक जिहा कर लिया गरीब नवाज ने, महाराज की मौज। सतगुरु साहब जी के शरीर के उत्ते बुखार चढ़िया, बुखार होया। फिर वो चेचक जी के निशान निकल आए, जिसनों शीतला कह देंगे, और निक्कियां निक्कियां फिनसियां जिहियां जिहड़ियां हुंदियां, वो महाराज साहब जी ने रोग अपने शरीर से लै करके संगत नूं तंदुरुस्तियां देंदियां होइयां। ते फिर महाराज ने संगत विच बचन कर दिते कि हुण भाई असीं अपना शरीर त्याग जाना, असीं सचखंड चले जाना। सारी संगत वैराग दे सहित सिखां ने बेनतियां कीतियां, महाराज तुसीं शरीर त्याग जाना है, तो सानूं किहदे लड़ ला के चले। गरीब नवाज ने आख्या भी भाई 5 पैसे ते नालिएर लियाओ। नालिएर लिआंदा, 5 पैसे लिआंदे, मंजे ते रखाए महाराज साहब जी ने। सतगुरु गरीब नवाज पलंगे ते बराजे हुए सन, क्योंकि शरीर ऐसा कौतक महाराज ने कीता सी, ढिला उस वेले शरीर। सारे शरीर के उत्ते वो निशान निकले हुए हैं, बुखार होया है। ऐसा कौतक जिहा महाराज ने रचिया होया गरीब नवाज साहब जी ने। ते ध्यान दे नाल ही उत्थों महाराज साहब जी ने फिर नामे पातशाह का ध्यान करके परिक्रमा कीतियां, ते ध्यान दे नाल ही गुरियाई दित्ती। ते संगत नूं यह बचन कर दिता गरीब नवाज साहब जी ने कि बाबा जी बकाले नगर विच वसदे, अगे जिन्हां ने नामे थां ते नामे पातशाह बनना है, वो बकाले नगर दे विच इतिहास विच पंक्तियां महाराज ने बचन कीता, बाबा बसे जे ग्राम बकाले, बन गुर संगत सकल संभाले। तां ये महाराज साहब जी ने भाणा अज दे दिन साध संगत जी चेत सुधी 14 वाले दिन, भाव पूर्णमाशी तो एक दिन पहला, कल नूं पूर्णमाशी है ना, पुन्निया का दिन। तां महाराज साहब जी ने पुन्निया तो एक दिन पहला, ये बिक्रमी संमत 1721 ते ईसवी सन 1664 नूं अज दे दिन महाराज साहब जी ने नामे पातशाह नूं गुरियाई दित्ती आ। ते फिर गुरियाई देण तो बाद गरीब नवाज साहब जी ने सचखंड बयाना कीता। महाराज साहब जी ने इधरले पासे नामे पातशाह महाराज श्री बाबा बकाला साहब रह रहे हैं, उत्थे वो गुरता गद्दी दे मालक बने हैं। ते महाराज का यह बचन सुन के 22 मंजियां भी लगियां। 1 साल कूड़ प्रचार हुंदा रहा, 1 साल पूरा। जो तरीकां पढ़िए, इतिहास पढ़िए तो जिक्र आउंदा वा, आउंदे अज कल नूं 1 साल बाद नामे पातशाह प्रगट होए आ। मक्खण शाह ने जो प्रगट किया महाराज साहब, ये भी गुरियाई तो थोड़े के दिनों बाद
पूरा 1 साल का जिक्र आउंदा। 1 साल महाराज साहब जी गुप्त रूप दे विच ही, जिवें अगे उत्थे विचरदे सी, सवेरे शामी महाराज साहब बाहर विचरदे आ, ज़्यादा समा उत्थे जिथे भोरा साहब अस्थान बनिया श्री बाबा बकाला साहब विखे, क्योंकि बाबा बकाला नगर जो है ये नामे पातशाह महाराज जी का नानका नगर है। ये सतगुरु हरगोबिंद साहब महाराज साहब जी दे ये सहुरियां दा पिंड है, माता नानकी जी का यह पेका पिंड है। ते सतगुरु हरगोबिंद साहब महाराज जी के सत्कारयोग माता जी ने, माता गंगा जी ने भी इत्थे साध संगत जी शरीर त्यागया श्री बाबा बकाला साहब दे विच। उन्हां दा इत्थे अंगीठा साहब है। तां गरीब नवाज साहब ने अज दे दिन 1664 ईस्वी सन नूं महाराज नूं गुरियाई दित्ती है। ते साल बाद फिर मक्खण शाह लबाणा जिस वेले आउंदा है, उहदा जहाज बन्ने लाउंदे, वो 500 मोहर सुखदा। ते 1665 ईस्वी सन ते 1722 विक्रमी संमत नूं महाराज साहब जी प्रगट हुंदे संगत दे विच। फिर भाई मक्खण शाह जदों महाराज साहब नूं माया भेंट करके कोठे ते चढ़ के चादर लैके फेर के गल कहिंदा, गुर लाधो रे, गुर लाधो रे, गुरु की संगत जी पूरा गुरु लभ पिया। तो ऐसे सतगुरु गरीब नवाज धन श्री गुरु हरकृष्ण साहब जी महाराज, इन्हां सतगुरां दा अज ज्योति जो समाउण दा पुरब है। ते नामे पातशाह महाराज साहब जी का गुरियाई पुरब है। सतगुर मेरा सदा सदा ना आवे ना जाए, ओह अविनाशी पुरख है, सब मह रहा समाए। महाराज साहब जी ने गरीब नवाज साहब जी के शरीरक कौतक पर शब्द रूप विच, जोत रूप विच महाराज सदा ही सलामत आ। अज भी गुरु ग्रंथ साहब के रूप विच महाराज बरकतां दे रहे हैं, किरपा कर रहे हैं। फिर ये राजा जय सिंह जिहड़ा होया ना, ये 10वें पातशाह महाराज साहब जी के भी इन्हें दर्शन किए सी। जदों साबो की तलवंडी महाराज गए ना, उत्थे भी ये पहुंचया सी राजा जय सिंह। इन्हें बेनती की सी महाराज भी मेरे मन विच एक बहुत पिछले समय का ये दुख वा, मेरे हिरदे विच गहरी सट आ कि मैं 8वें पातशाह नूं बेनती करके दिल्ली लिआया सां ते वो इत्थे आकर के शरीर त्याग गए। मेरे मन की भावना भी मैं उन्होंने बेनती करके दिल्ली लिआया सा ते मेरे बेनती तो एक बारी कीरतपुर साहब चले जाते। मैनूं इंज लगदा भी मेरे तो ये कुछ गलत होया। ते 10वें पातशाह ने साबो की तलवंडी उस राजे जय सिंह नूं आख्या सी भी राजा तू अपने मन में कोई दुख ना इस गल का मना। सतगुरु जी ने उत्थे ही शरीर त्यागना सी। ते सतगुरु सुतंत्र वा, सतगुरु ना जमदे आ ना मरदे आ। सतगुरु तां संसार दा भला करन वास्ते आउंदे ते परोपकार करके अपने सर्व व्यापक स्वरूप दे विच महाराज साहब जी लीन हो जाते। उस वेले गरीब नवाज 10वें पातशाह ने आख्या सी ते राजा तू अपनी कल्याण वास्ते गुरबाणी सुण। ते उत्थे फिर श्री अखंड पाठ साहब किया गया सी, जिहदा जिक्र है 5 पाठी अखंड के 500 जपजी कीन, 5 पहरे संविधान कै प्रारंभे प्रवीण। तो फिर राजे जय सिंह ने यह तुरकी बाणी का श्री अखंड पाठ साहब साबो की तलवंडी संपूर्ण सुनिया राजे जय सिंह। तो साध संगत जी उसके मन की फिर चिंता दूर हुई सी। 10वें पातशाह ने उसनों धीरज दिता सी। तो लड़ीवार रूप दे विच आपां दशमेश पातशाह जी का ही पावन इतिहास सरवण कर रहे हाँ। आगरे की धरती ते महाराज साहब जी बख्शिशां वरता रहे। बाग विच सोभनीक हन। जिवें महाराज ने 9 निधे खतरी नूं ਉਹਦੇ ਪੁੱਛਣ ਤੋਂ ਵੀ ਇਹ ਕੇਸ ਮਨਾਉਣ ਦੀ ਰੀਤ महाराज कित्थों ਚੱਲੀ है, तो केस कदों कदे लोग रखते हैं, वो सारा ही प्रसंग पिछे महाराज ने सुनाया। गुरु की संगतां ने सरवण किया है। जिवें महाराज ने इस्लाम धर्म का भी दसिया, सनातन का भी दसिया भी केस तो आदि काल तो ही सारे रखते आए आ। ये कुरीतियां जिहियां करके मनाउण लग पे, वो किस तरह मनाउण लगे वो सारा दसिया सी। अगे हुण किवें महाराज आगरे विच कौतक कर रहे आ, संगतां दी भावना पूरी कर रहे आ। शरधा भावना दा सरवण करिए। उचारण करो जी सतनाम श्री सतनाम श्री
ਇੱਕ ਦਿਨ ਦੀ ਗੱਲ ਆ ਵੀ ਭਾਵਨਾ ਧਾਰਨ ਕਰਕੇ ਆਪਣਾ ਭਲਾ ਪਛਾਣ ਕਰਕੇ ਕਿ ਮੇਰਾ ਇਸ ਤਰ੍ਹਾਂ ਭਲਾ ਹੋਵੇਗਾ। ਇਹ ਖਾਨ ਖਾਨਾ ਜਿਹਦਾ ਜ਼ਿਕਰ ਪਿੱਛੇ ਵੀ ਆ ਚੁੱਕਾ ਹੈ, ਜਿਸ ਨੇ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ ਸੀ ਖਾਨ ਖਾਨੇ। ਜਦੋਂ ਮਹਾਰਾਜ ਆਗਰੇ ਪਹੁੰਚੇ ਸਭ ਤੋਂ ਪਹਿਲਾਂ ਇਹਨੇ ਸੇਵਾ ਕੀਤੀ ਸੀ। ਜਿਸ ਦੇ ਸਰੀਰ ਵਿੱਚ ਰੋਗ ਸੀ, ਵਿਆਧੀ ਸੀ, ਪੀੜ ਹੁੰਦੀ ਰਹਿੰਦੀ ਸੀ, ਤੇ ਮਹਾਰਾਜ ਨੇ ਇਹਦੀ ਪੀੜ ਮੇਟ ਦਿੱਤੀ ਸੀ। ਉਹ ਹੁਣ ਖਾਨ ਖਾਨਾ ਮਹਾਰਾਜ ਸਾਹਿਬ ਜੀ ਦੇ ਸ਼ਰਨ ਦੇ ਵਿੱਚ ਆਉਂਦਾ ਹੈ। ਹਿਰਦੇ ਵਿੱਚ ਭਾਵਨਾ ਧਾਰਨ ਕਰਕੇ ਆਪਣਾ ਭਲਾ ਪਛਾਣ ਕਰਕੇ ਬਹੁਤ ਦੀਨ ਮਨ ਹੋਇਆ ਹੈ। ਗੁਰੂ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਖਾਨ ਖਾਨੇ ਨੇ ਨਮਸਕਾਰ ਕੀਤੀ ਹੈ। ਜਿਸ ਥਾਂ ਦੇ ਉੱਤੇ ਖਾਨ ਖਾਨੇ ਨੇ ਸਭਾ ਦਾ ਸਥਾਨ ਬਣਾਇਆ ਸੀ, ਬਹਾਦਰ ਸ਼ਾਹ ਦੀ ਫੌਜ ਦੇ ਵਿੱਚ ਹੀ ਇਹ ਨੌਕਰੀ ਕਰਦਾ ਸੀ, ਉਹਦਾ ਅਹੁਦੇਦਾਰ ਹੀ ਸੀ ਖਾਨ ਖਾਨਾ। ਤਾਂ ਜਿਸ ਥਾਂ ਦੇ ਉੱਤੇ ਬਹਾਦਰ ਸ਼ਾਹ ਦੀ ਉਹ ਸਭਾ ਦਾ ਸਾਰਾ ਸਥਾਨ ਬਣਾਇਆ ਹੋਇਆ ਹੈ, ਤੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਵੀ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰੋ, ਆਪ ਜੀ ਮਹਾਰਾਜ ਸਭਾ ਵਿੱਚ ਆ ਕੇ ਦਰਸ਼ਨ ਬਖਸ਼ੋ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੂੰ ਨਾਲ ਲੈ ਕਰਕੇ ਚੱਲਿਆ ਹੈ। ਇਹਦੇ ਹਿਰਦੇ ਦੀ ਭਾਵਨਾ ਜਦੋਂ ਗੁਰੂ ਸਾਹਿਬ ਜੀ ਆਪਣੇ ਪਵਿੱਤਰ ਚਰਨ ਪਾਉਣਾ ਕਰਨਗੇ ਤੇ ਮੇਰੇ ਘਰ ਵਿੱਚ ਜਦੋਂ ਮਹਾਰਾਜ ਸਾਹਿਬ ਜੀ ਫਿਰਨਗੇ ਤੇ ਮੇਰਾ ਘਰ ਪਵਿੱਤਰ ਹੋ ਜਾਵੇਗਾ, ਮੇਰਾ ਘਰ ਪਾਵਨ ਹੋ ਜਾਵੇਗਾ। ਤਾਂ ਇਸ ਤਰ੍ਹਾਂ ਇਹਨੇ ਮਹਾਰਾਜ ਸਾਹਿਬ ਜੀ ਦੇ ਵਾਸਤੇ ਸੋਹਣਾ ਆਸਨ ਲਵਾਇਆ ਹੈ, ਸੋਹਣਾ ਬਿਸਤਰਾ ਉੱਤੇ ਵਿਛਾਇਆ ਹੈ। ਬਹੁਤ ਹੀ ਸਤਿਕਾਰ ਦੇ ਨਾਲ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਮਹਾਰਾਜ ਆਪ ਜੀ ਕਿਰਪਾ ਕਰੋ, ਪਲੰਘੇ ਉੱਤੇ ਸਜੋ, ਤੇ ਸਤਿਕਾਰ ਨਾਲ ਗੁਰੂ ਸਾਹਿਬ ਜੀ ਨੂੰ ਬਿਠਾਇਆ ਹੈ। ਹੱਥ ਜੋੜ ਕਰਕੇ ਅਨੇਕ ਪ੍ਰਕਾਰ ਦੀਆਂ ਭੇਟਾਂ ਗੁਰੂ ਸਾਹਿਬ ਜੀ ਨੂੰ ਅਰਪਣ ਕੀਤੀਆਂ, ਤੇ ਮਨੋਂ ਦੀਨ ਹੋ ਕੇ, ਮਨ ਚੋਂ ਝੁਕ ਕੇ, ਅੰਦਰੋਂ ਝੁਕ ਕਰਕੇ ਦੀਨ ਮਨ ਹੋ ਕਰਕੇ ਬੇਨਤੀਆਂ ਕੀਤੀਆਂ, ਨਾਲੇ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕੀਤੀਆਂ। ਸੋਭਾ ਵਾਲੇ ਪ੍ਰਭੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇਹ ਖਾਨ ਖਾਨੇ ਦੇ ਉੱਤੇ ਬਹੁਤ ਹੀ ਖੁਸ਼ ਹੋਏ। ਮਹਾਰਾਜ ਸਾਹਿਬ ਜੀ ਨੇ ਖੁਸ਼ੀ ਕੀਤੀ ਤੇ ਸਾਰੇ ਹੀ ਸੁੱਖ ਦੇ ਦਿੱਤੇ, ਕਿਉਂਕਿ ਗੁਰੂ ਕੀ ਖੁਸ਼ੀ ਦੇ ਵਿੱਚ ਸਾਰੇ ਹੀ ਸੁੱਖ ਹਨ। ਸਾਧ ਸੰਗਤ ਜੀ, ਗਰੀਬ ਨਵਾਜ ਧੁਰ ਕੀ ਬਾਣੀ 'ਚ ਫਰਮਾਉਂਦੇ ਹਨ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਸਤਿਗੁਰੂ ਜੀ ਆਪਣੀ ਮਿਹਰ ਦੀ ਨਜ਼ਰ ਕਰ ਦੇਣ ਨਾ, ਖੁਸ਼ੀ ਕਰ ਦੇਣ, ਤੇ ਫਿਰ ਲੱਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਜਾਂਦੀਆਂ, ਸਭ ਕੁਝ ਮਿਲ ਜਾਂਦਾ। ਲੋਕ ਦੇ ਸੁੱਖ ਵੀ ਮਿਲ ਜਾਂਦੇ ਆ ਤੇ ਪ੍ਰਲੋਕ ਦੇ ਸੁੱਖ ਵੀ ਮਿਲ ਜਾਂਦੇ। ਮਹਾਰਾਜ ਸਾਹਿਬ ਜੀ ਦੀ ਖੁਸ਼ੀ ਦੇ ਵਿੱਚ ਹੀ ਸਾਰਾ ਕੁਝ ਹੈ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਖੁਸ਼ੀ ਕੀਤੀ ਹੈ, ਖਾਨ ਖਾਨੇ ਉੱਤੇ ਸਾਰੇ ਸੁੱਖ ਦੇ ਦਿੱਤੇ। ਮਹਾਰਾਜ ਕਹਿਣ ਲੱਗੇ ਇਸ ਖਾਨ ਖਾਨੇ ਨੂੰ, ਕਹਿਣ ਲੱਗੇ ਵੀ ਖਾਨ ਖਾਨੇ ਆ ਇੱਕ ਪਹਿਲਾਂ ਵੀ ਖਾਨ ਖਾਨਾ ਹੋਇਆ, ਕਿਉਂਕਿ ਇੱਕ ਇੱਕ ਨਾਮ ਦੇ ਕਈ ਕਈ ਆਦਮੀ ਹੋਏ ਆ ਸੰਸਾਰ ਦੇ ਵਿੱਚ। ਇੱਕੇ ਸਮੇਂ ਵਿੱਚ ਵੀ ਇੱਕ ਨਾਮ ਵਾਲੇ ਕਈ ਹੁੰਦੇ ਆ, ਇੱਕੇ ਪਿੰਡ ਵਿੱਚ ਇੱਕ ਨਾਮ ਵਾਲੇ ਕਈ ਹੁੰਦੇ ਆ, ਇੱਕ ਸ਼ਹਿਰ ਵਿੱਚ ਇੱਕ ਨਾਮ ਵਾਲੇ ਕਈ ਹੁੰਦੇ ਆ ਇੱਕੇ ਸਮੇਂ ਤੇ ਮਹਾਰਾਜ ਸਾਹਿਬ ਕਹਿਣ ਲੱਗੇ ਵੀ ਇੱਕ ਪਹਿਲਾਂ ਵੀ ਖਾਨ ਖਾਨਾ ਹੋਇਆ ਹੈ। ਮਹਾਰਾਜ ਸਾਹਿਬ ਕਹਿੰਦੇ ਵੀ ਉਹ ਅਕਬਰ ਬਾਦਸ਼ਾਹ ਜੋ ਹੋਇਆ ਨਾ, ਉਹਦੇ ਮਾਮਾ ਜੀ ਦੇ ਘਰ ਵਿੱਚ ਪੈਦਾ ਹੋਇਆ ਸੀ। ਭਾਵ ਅਕਬਰ ਬਾਦਸ਼ਾਹ ਦੇ ਮਾਮੇ ਦਾ ਪੁੱਤ ਸੀ। ਮਾਤਲ ਤੇ ਜਯੋ, ਮਾਤਲ ਕਹਿੰਦੇ ਮਾਮੇ ਨੂੰ ਤੇ ਜਯੋ ਕਹਿੰਦੇ ਪੈਦਾ ਹੋਣ ਨੂੰ, ਕਿ ਅਕਬਰ ਬਾਦਸ਼ਾਹ ਦੇ ਮਾਮਾ ਜੀ ਦੇ ਘਰ ਦੇ ਵਿੱਚ ਪੈਦਾ ਹੋਇਆ ਸੀ, ਵੀ ਮਾਮੇ ਦਾ ਪੁੱਤ ਸੀ। ਉਹ ਜੋ ਅਕਬਰ ਬਾਦਸ਼ਾਹ ਦੇ ਮਾਮੇ ਦਾ ਪੁੱਤ ਸੀ ਨਾ ਖਾਨ ਖਾਨਾ,
ਦਸਵੇਂ ਪਾਤਸ਼ਾਹ ਕਹਿੰਦੇ ਵੀ ਉਸ ਖਾਨਖਾਨੇ ਨੇ ਬੜੀ ਨੇਕੀ ਕਮਾਈ ਸੰਸਾਰ ਦੇ ਵਿੱਚ, ਕਿਉਂਕਿ ਇਨਸਾਨ ਨੂੰ ਚੇਤੇ ਕੀਤਾ ਜਾਂਦਾ ਜਾਂ ਉਹਦੀ ਨੇਕੀ ਕਰਕੇ ਜਾਂ ਬਦੀ ਕਰਕੇ, ਦੋਵਾਂ ਗੱਲਾਂ ਕਰਕੇ ਚੇਤੇ ਕੀਤਾ ਜਾਂਦਾ। ਚੰਗਿਆਂ ਨੂੰ ਲੋਕ ਚੰਗਿਆਈ ਕਰਕੇ ਯਾਦ ਕਰਦੇ ਆ, ਬੁਰਿਆਂ ਨੂੰ ਉਹਦੀ ਬੁਰਿਆਈ ਕਰਕੇ ਯਾਦ ਕਰਦੇ। ਤਾਂ ਉਹ ਜੋ ਖਾਨਖਾਨਾ ਸੀ, ਦਸ਼ਮੇਸ਼ ਪਾਤਸ਼ਾਹ ਕਹਿੰਦੇ ਉਹਨੇ ਜੱਗ ਦੇ ਵਿੱਚ ਬੜੀ ਨੇਕੀ ਕਮਾਈ, ਬੜੇ ਚੰਗੇ ਕੰਮ ਕੀਤੇ। ਹੇ ਖਾਨਖਾਨਿਆ ਤੂੰ ਵੀ ਉਹਦੇ ਵਰਗਾ ਹੀ ਆ। ਮਹਾਰਾਜ ਕਹਿੰਦੇ ਵੀ ਤੈਨੂੰ ਵੀ ਉਹਦੀ ਬਰਾਬਰਤਾ ਹੀ ਮਿਲ ਗਈ, ਜਿਵੇਂ ਉਸ ਨੂੰ ਲੋਕ ਯਾਦ ਕਰਦੇ ਨੇ ਇਸੇ ਤਰ੍ਹਾਂ ਤੈਨੂੰ ਵੀ ਲੋਕ ਯਾਦ ਕਰਿਆ ਕਰਨਗੇ। ਤੂੰ ਉਸ ਖਾਨਖਾਨੇ ਦੀ ਬਰਾਬਰਤਾ ਪਾ ਲਈ ਹੈ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਇਹ ਖੁਸ਼ੀ ਵੇਖ ਕਰਕੇ, ਮਹਾਰਾਜ ਦੇ ਬਚਨ ਸੁਣ ਕਰਕੇ ਖਾਨਖਾਨਾ ਪ੍ਰਸੰਨ ਹੋ ਗਿਆ ਵੀ ਮਹਾਰਾਜ ਨੇ ਖੁਸ਼ ਹੋ ਕੇ ਤੇ ਕਿੱਡਾ ਵੱਡਾ ਬਚਨ ਕੀਤਾ ਵੀ ਜਿਵੇਂ ਉਹ ਖਾਨਖਾਨਾ ਜਿਹਨੇ ਬੜੀ ਜੱਗ ਵਿੱਚ ਨੇਕੀ ਖੱਟੀ ਆ, ਉਹਨੂੰ ਲੋਕ ਦੁਨੀਆ ਯਾਦ ਕਰਦੀ ਆ, ਤੂੰ ਉਹਦੇ ਬਰਾਬਰ ਹੋਇਆ। ਇਸ ਕਰਕੇ ਇਹ ਸੁਣ ਕਰਕੇ ਤੇ ਬਹੁਤ ਪ੍ਰਸੰਨ ਹੋਇਆ ਤੇ ਆਪਣੇ ਨੇਤਰ ਭਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦਾ ਹੈ। ਕਹਿੰਦੇ ਕਿ ਸਿਆਣੇ ਸਿਆਣੇ ਮੁਸਲਮਾਨ ਬੈਠੇ ਹੋਏ ਸੀ ਉਸ ਵੇਲੇ ਸਾਰੇ। ਇਹ ਖਾਨਖਾਨੇ ਨੂੰ ਜਦੋਂ ਮਹਾਰਾਜ ਜੀ ਬਚਨ ਕਰ ਰਹੇ ਸੀ ਨਾ, ਤੇ ਖਾਨਖਾਨੇ ਨੇ ਬੜੇ ਸਤਿਕਾਰ ਨਾਲ ਪਲੰਘੇ ਤੇ ਬਿਠਾਇਆ ਮਹਾਰਾਜ ਸਾਹਿਬ ਜੀ ਉੱਚੇ ਥਾਂ ਸਿੰਘਾਸਨ ਤੇ। ਬਾਕੀ ਹੋਰ ਵੀ ਸਿਆਣੇ ਸਿਆਣੇ ਬੈਠੇ ਹੋਏ ਸੀ ਸਭਾ ਦੇ ਵਿੱਚ। ਵੱਡੇ ਵੱਡੇ ਕਾਜੀ ਬੈਠੇ ਹੋਏ ਆ ਉੱਥੇ, ਵੱਡੇ ਵੱਡੇ ਮੌਲਵੀ ਸਾਹਿਬ ਬੈਠੇ ਹੋਏ ਆ, ਮੁੱਲਾਂ ਤੋਂ ਆਦਿਕ ਹੋਰ ਵੀ ਉਸ ਥਾਂ ਤੇ ਬੈਠੇ ਸਨ। ਗਰ ਕਹੀਏ ਗਾਤਰੇ ਪਾਈ ਹੋਈ ਆ ਸ਼ਮਸ਼ੀਰ ਮਹਾਰਾਜ ਸਾਹਿਬ ਜੀ ਨੇ, ਸ੍ਰੀ ਸਾਹਿਬ ਤੇ ਗੁਰੂ ਸਾਹਿਬ ਬਣ ਰਹੇ ਆ ਸਮ ਸ਼ੇਰ, ਸ਼ੇਰ ਦੇ ਬਰਾਬਰ, ਬੱਬਰ ਸ਼ੇਰ ਦੇ ਬਰਾਬਰ ਬਣੇ ਹੋਏ। ਉਂਝ ਸੋਭਾ ਵਾਸਤੇ ਅੱਖਰ ਵਰਤੇ ਜਾਂਦੇ ਆ, ਮਹਾਰਾਜ ਸਾਹਿਬ ਜੀ ਦਾ ਮੁਕਾਬਲਾ ਕਿ ਸ਼ੇਰ ਨੇ ਕੀ ਕਰ ਲੈਣਾ, ਪਰ ਇਹਦੇ ਵਿੱਚੋਂ ਗੁਣ ਲਿਆ ਜਾਂਦਾ ਵਾ ਬਹਾਦਰੀ ਵਾਲਾ ਗੁਣ ਸ਼ੇਰ ਦੇ ਵਿੱਚੋਂ। ਜਦੋਂ ਸ਼ੇਰ, ਜਿਵੇਂ ਮਹਾਰਾਜ ਨੇ ਸਿੰਘ ਪਦਵੀ ਦਿੱਤੀ ਆਪਣੇ ਸਿੱਖਾਂ ਨੂੰ, ਵੀ ਮਹਾਰਾਜ ਕਹਿੰਦੇ ਵੀ ਸਿੰਘ ਬਣਾਇਆ, ਵੀ ਸ਼ੇਰ ਬਣਾਇਆ ਸਿੱਖਾਂ ਨੂੰ, ਖਾਲਸਾ ਬਣਾਇਆ, ਸਿੰਘ ਬਣਾਇਆ। ਸਿੰਘ ਤੋਂ ਭਾਵ ਬਹਾਦਰੀ ਵਾਲਾ ਗੁਣ ਦਿੱਤਾ, ਜਿਵੇਂ ਸ਼ੇਰ ਨੂੰ ਬਹਾਦਰ ਗਿਣਿਆ ਜਾਂਦਾ। ਇਸੇ ਤਰ੍ਹਾਂ ਕਹਿੰਦੇ ਵੀ ਗਾਤਰੇ ਮਹਾਰਾਜ ਨੇ ਸ੍ਰੀ ਸਾਹਿਬ ਪਹਿਨੀ ਹੋਈ ਆ ਤੇ ਸ਼ੇਰ ਦੇ ਬਰਾਬਰ ਬੈਠੇ ਸਤਿਗੁਰੂ ਜੀ। ਤੇ ਖਾਨਖਾਨੇ ਦੇ ਮਨ ਵਿੱਚ ਸ਼ਰਧਾ ਬੜੀ ਸੀ ਮਹਾਰਾਜ ਦੇ ਪ੍ਰਤੀ, ਇਸ ਕਰਕੇ ਉਹਨੇ ਸਾਰਿਆਂ ਤੋਂ ਉੱਚਾ ਆਸਣ ਲਾਇਆ ਦਸਵੇਂ ਪਾਤਸ਼ਾਹ ਦਾ। ਤੇ ਸਭ ਕੇਰ ਵਡੇਰ ਸਾਰਿਆਂ ਤੋਂ ਵੱਡੇ ਉੱਚੇ ਥਾਂ ਦੇ ਉੱਤੇ, ਉਂਝ ਹੈ ਵੀ ਉੱਚੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ, ਹਰ ਤਰ੍ਹਾਂ ਕਰਕੇ ਉੱਚੇ ਆ। ਤੇ ਉੱਚੇ ਥਾਂ ਤੇ ਮਹਾਰਾਜ ਬੈਠੇ ਆ ਸਾਰੇ ਕਾਜ਼ੀਆਂ ਤੇ ਮੁੱਲਾਂ ਆਦਿਕ ਤੋਂ। ਤੇ ਜਿਹੜੇ ਜਿਹੜੇ ਵੀ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਕਰਦੇ ਆ, ਸਭਾ ਦੇ ਲੋਕ ਜਿੱਧਰ ਨੂੰ ਮਹਾਰਾਜ ਨਿਗਾਹ ਫੇਰਦੇ ਆ, ਸਾਰਿਆਂ ਦੇ ਸਿਰ ਝੁਕ ਜਾਂਦੇ ਮਹਾਰਾਜ, ਕਿਉਂਕਿ ਸਤਿਗੁਰਾਂ ਦਾ ਪ੍ਰਤਾਪ ਹੀ ਐਸਾ, ਗੁਰੂ ਕੀ ਮਹਿਮਾ ਹੀ ਐਸੀ ਹੈ। ਸਾਰੇ ਆਪਣੇ ਸਿਰ ਨੀਵੇਂ ਕਰਦੇ ਹਨ। ਸਭਾ ਵਿੱਚ ਬੈਠੇ ਹੋਇਆ ਸਿਆਣਿਆਂ ਲੋਕਾਂ ਨੇ, ਦਾਨਿਆਂ ਪ੍ਰਧਾਨਿਆਂ ਨੇ ਕਈ ਕੁਝ ਪੁੱਛਿਆ ਵੀ ਮਹਾਰਾਜ ਸਾਹਿਬ ਤੋਂ, ਤੇ ਜੋ ਕੁਝ ਕੋਈ ਪੁੱਛਦਾ ਵਾ ਉਹਦਾ ਉੱਤਰ ਮਹਾਰਾਜ ਸਾਹਿਬ ਜੀ ਦਿੰਦੇ। ਹਰੇਕ ਸਵਾਲ ਦਾ ਜਵਾਬ ਮਿਲਦਾ ਤਸੱਲੀ ਬਖਸ਼ ਦਸਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਹੁਤ ਵੱਡੀ ਵਡਿਆਈ ਸਭਾ ਦੇ ਵਿੱਚ ਹੈ। ਵਿੱਚ ਹੁਣ ਦੁਸ਼ਟ ਵੀ ਬੈਠੇ ਹੋਏ ਆ, ਕਈ ਸਾਰੇ ਭਾਵਨਾ ਵਾਲੇ ਤਾਂ ਨਹੀਂ ਹੁੰਦੇ, ਦੁਸ਼ਟ ਲੋਕ ਵੀ ਬੈਠੇ ਹੋਏ ਸਭਾ ਵਿੱਚ, ਤੇ ਉਹਨਾਂ ਦੁਸ਼ਟਾਂ ਤੋਂ ਜਰੀ ਨਹੀਂ ਜਾਂਦੀ, ਉਹ ਤਾਂ ਸੜ ਰਹੇ ਆ। ਜਿਵੇਂ ਕਹਿੰਦੇ ਬਰਸਾਤ ਹੋਵੇ, ਮੀਂਹ ਪਵੇ ਤਾਂ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ ਤੇ ਜਵਾਇਆ ਸੜ ਜਾਂਦਾ, ਸੜ ਸੁੱਕ ਜਾਂਦਾ, ਕਿਉਂਕਿ ਉਹ ਔੜਤੀ ਮੌਲ ਦਾ। ਇੱਕ ਅੱਕ ਦਾ ਬੂਟਾ, ਇੱਕ ਜਵਾਏ ਦਾ ਬੂਟਾ, ਇਹ ਜਿੰਨੀ ਕਹਿੰਦੇ ਧੁੱਪ ਲੱਗੇ ਤੇ ਔੜ ਲੱਗੇ, ਇਹ ਤਾਂ ਹਰੇ ਭਰੇ ਹੁੰਦੇ ਆ।
ਜਿੰਨਾ ਮੀਂਹ ਪਵੇ ਪੱਤੇ ਹੀ ਸੁੱਟ ਜਾਂਦੇ ਆ, ਸੁੱਕ ਹੀ ਜਾਂਦੇ ਆ, ਇਹਨਾਂ ਨੂੰ ਮੀਂਹ ਨਹੀਂ ਚੰਗਾ ਲੱਗਦਾ। ਇਸੇ ਤਰ੍ਹਾਂ ਜਿਹੜਾ ਦੁਸ਼ਟ ਵਾ ਉਹਦੇ ਤੋਂ ਫਿਰ ਗੁਰੂ ਸਾਹਿਬ ਜੀ ਦੀ ਸੋਭਾ ਜਰੀ ਨਹੀਂ ਜਾਂਦੀ। ਹੁਣ ਸਭਾ ਵਿੱਚ ਕੋਈ ਦੁਸ਼ਟ ਲੋਕ ਬੈਠੇ ਸੀ, ਉਹਨਾਂ ਤੋਂ ਮਹਾਰਾਜ ਦੀ ਮਹਿਮਾ ਜਰੀ ਨਹੀਂ ਗਈ, ਉਹ ਝੱਲ ਹੀ ਨਹੀਂ ਸਕੇ ਹਨ। ਇੱਕ ਸਰਹੰਦ ਕੋ ਸੈਯਦ ਬੀਚ, ਇੱਕ ਸਰਹੰਦ ਸ਼ਹਿਰ ਦਾ ਸੈਯਦ ਸੀ ਵਿੱਚ ਬੈਠਾ ਹੋਇਆ ਸਭਾ ਦੇ। ਉਹ ਵੀ ਨੀਚ ਬੁੱਧੀ ਵਾਲਾ ਸੀ, ਨੀਚ ਮਤ ਵਾਲਾ। ਉਹਦੇ ਤੋਂ ਵੀ ਗੁਰੂ ਸਾਹਿਬ ਦੀ ਸੋਭਾ ਜਰੀ ਨਹੀਂ ਗਈ। ਉਹ ਨਾ ਖੁਣਸਿਆ ਅੰਦਰੋਂ, ਵੀ ਅੰਦਰ ਉਹਦੇ ਖੋਬ ਜਿਹਾ ਪੈਦਾ ਹੋਇਆ, ਉਛਾਲਾ ਜਿਹਾ ਆਇਆ ਅੰਦਰਲੇ ਪਾਸੇ। ਉਹ ਸਰਹੰਦ ਦਾ ਸੈਯਦ ਕਹਿਣ ਲੱਗਾ 10ਵੇਂ ਪਾਤਸ਼ਾਹ ਨੂੰ ਕਿ ਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਹਿੰਦ ਦੇ ਪੀਰ ਹੋ, ਤੁਹਾਨੂੰ ਸਾਰੇ ਮੰਨਦੇ ਆ ਵੀ ਤੁਸੀਂ ਬਹੁਤ ਵੱਡੇ ਪੀਰ ਹੋ, ਤੁਸੀਂ ਬਹੁਤ ਵੱਡੇ ਹੋ, ਤੁਹਾਨੂੰ ਵੱਡਾ ਜਾਣ ਕੇ ਸਾਰੇ ਸਤਿਕਾਰ ਦਿੰਦੇ ਹਨ। ਤੇ ਹੇ ਪੀਰ ਜੀ, ਤੁਹਾਨੂੰ ਸਾਰੇ ਨਮਸਕਾਰਾਂ ਕਰਦੇ ਆ, ਪੂਜਾ ਕਰਦੇ, ਤੁਹਾਡੀ ਕੋਈ ਕਰਾਮਾਤ ਵੀ ਰੱਖਦੇ ਹੋ ਆਪਣੇ ਵਿੱਚ ਕਿ ਨਹੀਂ? ਤੁਹਾਡੇ ਕੋਲੇ ਕੋਈ ਕਰਾਮਾਤ ਵੀ ਹੈ ਪੀਰ ਜੀ ਕਿ ਨਹੀਂ ਹੈ? ਕਿ ਜਾਂ ਨਹੀਂ ਹੈ ਤੁਹਾਡੇ ਵਿੱਚ ਕੋਈ ਕਰਾਮਾਤ ਦਾ ਬਲ? ਵਿਧੀ ਦੇ ਨਾਲ ਚੰਗੀ ਤਰ੍ਹਾਂ ਮੈਨੂੰ ਦੱਸੋ। ਇਹ ਪੀਰ ਜੀ, ਮੇਰਾ ਚਿੱਤ ਕਰਾਮਾਤ ਦੇ ਸੰਬੰਧ ਵਿੱਚ ਨਿਰਣਾ ਕਰਨਾ ਚਾਹੁੰਦਾ। ਕੋਈ ਕਰਾਮਾਤ ਹੈ ਤੁਹਾਡੇ ਵਿੱਚ ਜਾਂ ਨਹੀਂ ਹੈ? ਕਿਉਂਕਿ ਜਿੱਥੇ ਕਿੱਥੇ ਪੀਰ ਜੀ ਤੁਹਾਡਾ ਸ੍ਰੇਸ਼ਟ ਜਸ ਫੈਲਿਆ ਹੋਇਆ ਹੈ, ਸਾਰੇ ਦੇਸ਼ ਦੇ ਵਿੱਚ ਸਾਰੇ ਤੁਹਾਡਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ। ਤੇ ਮੇਰਾ ਚਿੱਤ ਚਾਹੁੰਦਾ ਹੈ ਕਿ ਮੈਂ ਨਿਰਣਾ ਕਰ ਲਵਾਂ ਵੀ ਪੀਰ ਦੇ ਵਿੱਚ ਕਰਾਮਾਤ ਹੈ ਕਿ ਨਹੀਂ ਹੈ। ਇਹ ਤਰਕ ਕੀਤੀ ਜੋ ਸੈਯਦ ਨੇ, ਉਹ ਸੈਯਦ ਦੀ ਮਹਾਰਾਜ ਸਾਹਿਬ ਜੀ ਨੇ ਇਹ ਤਰਕ ਜੀ ਜਦੋਂ ਜਾਣੀ, ਸੁਭਾਏਮਾਨ ਮੁਖ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਕਿ ਸੈਯਦ ਜੀ, ਕਰਾਮਾਤ ਤਾਂ ਬਹਾਦਰ ਸ਼ਾਹ ਦੇ ਮੁਖ ਵਿੱਚ ਹੈ। ਆ ਬਹਾਦਰ ਸ਼ਾਹ, ਇਹਨੂੰ ਹੁਣ ਦਿੱਲੀ ਦਾ ਤਖਤ ਮਿਲਿਆ ਤੇ ਇਹਦੇ ਮੂੰਹ ਵਿੱਚ ਕਰਾਮਾਤ ਆ, ਇਹਦੇ ਮੁਖ ਵਿੱਚ ਕਰਾਮਾਤ ਹੈ। ਸੈਯਦ ਜੀ ਵੇਖੋ ਕਿੱਡੀ ਵੱਡੀ ਪ੍ਰਗਟ ਕਰਾਮਾਤ ਬਹਾਦਰ ਸ਼ਾਹ ਦੇ ਮੁਖ ਦੇ ਵਿੱਚ ਹੈ। ਹੁਣ ਇਹ ਬਹਾਦਰ ਸ਼ਾਹ ਚਾਹਵੇ ਨਾ ਤੇ ਕਿਸੇ ਰੰਕ ਨੂੰ 5000 ਫੌਜ ਦਾ ਸਰਦਾਰ ਬਣਾ ਸਕਦਾ, ਕਿਸੇ ਗਰੀਬ ਨੂੰ 5000 ਹੀ ਬਣਾ ਸਕਦਾ ਵਾ। 5000 ਹੀ ਉਹਨੂੰ ਕਹਿੰਦੇ ਆ ਜਿਹਦੇ ਥੱਲੇ 5000 ਆਦਮੀ ਉਹਦੀ ਕਮਾਨ ਥੱਲੇ ਹੋਵੇ। 5000 ਫੌਜ ਦਾ ਜਰਨੈਲ ਬਣਾ ਸਕਦਾ ਹੈ ਕਿਸੇ ਗਰੀਬ ਨੂੰ। ਹੁਣੇ ਇੱਕ ਵਾਰੀ ਕਹਿਣ ਦੀ ਦੇਰ ਆ ਵੀ ਆ ਤੁਹਾਡਾ 5000 ਫੌਜ ਦਾ ਇਹ ਜਰਨੈਲ ਆ, ਇਹ ਆਗੂ ਆ। ਵੇਖੋ ਬਹਾਦਰ ਸ਼ਾਹ ਦੇ ਮੁਖ ਵਿੱਚ ਕਿੱਡੀ ਵੱਡੀ ਕਰਾਮਾਤ ਹੈ। ਕਲਗੀਧਰ ਪਾਤਸ਼ਾਹ ਸੈਯਦ ਨੂੰ ਉੱਤਰ ਦਿੰਦੇ ਕਰਾਮਾਤ ਦੇ ਸੰਬੰਧ ਵਿੱਚ ਵੀ ਕਹਿਣ ਦੇ ਨਾਲ ਹੀ, ਇੱਕ ਬੋਲ ਬੋਲਣ ਦੇ ਨਾਲ ਹੀ ਰੰਕ ਤੋਂ ਤੇ ਇਹ 5000 ਜਰਨੈਲ 5000 ਫੌਜ ਦਾ ਬਣਾ ਸਕਦਾ ਹੈ। ਬਾਕੀ ਜਿੰਨੇ ਸਮੂਹ ਆਦਮੀ ਆ ਉਹ ਉਸ ਆਦਮੀ ਦੇ ਅਨੁਸਾਰੀ ਹੋ ਕਰਕੇ ਚੱਲਣਗੇ, ਕਿਉਂਕਿ ਉਹਨੂੰ 5000 ਫੌਜ ਤੋਂ ਉੱਤੇ ਜਰਨੈਲ ਬਣਾ ਦਿੱਤਾ। ਤੇ ਜਿਹੜਾ ਪਹਿਲਾਂ 5000 ਹੀ ਆ, 5000 ਫੌਜ ਦਾ ਜਰਨੈਲ, ਜੇ ਚਾਹਵੇ ਬਹਾਦਰ ਸ਼ਾਹ ਤੇ ਉਸ 5000 ਹੀ ਨੂੰ ਜੇ ਗੁੱਸੇ ਵਿੱਚ ਆ ਜਾਵੇ ਤਾਂ ਉਹਨੂੰ ਲਾਹ ਕਰਕੇ ਤੇ ਉਹਨੂੰ ਸਿਪਾਹੀ ਬਣਾ ਸਕਦਾ ਛੋਟਾ ਜਿਹਾ, ਕਿ ਤੈਨੂੰ ਜਰਨੈਲੀ ਨਹੀਂ ਦੇਣੀ, ਹੁਣ ਤੈਨੂੰ ਫੌਜਦਾਰ ਨਹੀਂ ਬਣਾਉਣਾ, ਤੈਨੂੰ ਥੱਲੇ ਲਾਹ ਦੇਣਾ। ਹੁਣ ਇਸ ਤਰ੍ਹਾਂ ਹੀ ਉਤਲੇ ਨੂੰ ਥੱਲੇ ਕਰ ਸਕਦਾ ਤੇ ਥੱਲੇ ਨੂੰ ਉੱਪਰ ਚੁੱਕ ਸਕਦਾ ਵਾ, ਇਹ ਵੱਡੀ ਥਾਂ ਤੇ ਬੈਠੇ ਨੂੰ। ਮਹਾਰਾਜ ਕਹਿੰਦੇ ਇਹ ਤਾਂ ਬਹਾਦਰ ਸ਼ਾਹ ਦੇ ਮੁਖ ਦੇ ਵਿੱਚ ਕਰਾਮਾਤ ਹੈ। ਗੁੱਸੇ ਵਿੱਚ ਆ ਜਾਵੇ ਤੇ ਉਹਨੂੰ ਇੱਕ ਛਿਣ ਵਿੱਚ ਹੀ ਰੰਕ ਕਰ ਦਵੇ, ਕੰਗਾਲ ਕਰ ਦਵੇ। ਜਿਸ ਨੂੰ ਮਾਰਨਾ ਚਾਹਵੇ
ਤੇ ਬਹਾਦਰ ਸ਼ਾਹ ਮਰਵਾ ਦੇਵੇ, ਜਿਸ ਨੂੰ ਬਖਸ਼ਣਾ ਚਾਹਵੇ ਤੇ ਬਹਾਦਰ ਸ਼ਾਹ ਬਖਸ਼ ਦੇਵੇ। ਇਹਦੇ ਮੁਖ ਵਿੱਚ ਹੀ ਕਰਾਮਾਤ ਹੈ। ਇਹ ਸੈਯਦ, ਇਸ ਬਹਾਦਰ ਸ਼ਾਹ ਦੇ ਮੁਖ ਵਿੱਚ ਜਾਣ ਕਿੱਡੀ ਵੱਡੀ ਅਜ਼ਮਤ ਹੈ। ਬਹਾਦਰ ਸ਼ਾਹ ਦੇ ਮੁਖ ਵਿੱਚ ਕਰਾਮਾਤ ਤੋਂ ਭਾਵ ਇਹ ਹੈ ਕਿ ਜਿਹੜਾ ਬਾਦਸ਼ਾਹ ਹੁੰਦਾ ਹੈ, ਬਾਦਸ਼ਾਹ ਦਾ ਕਿਹਾ ਹੋਇਆ ਹੀ ਚੱਲਦਾ ਨਾ ਦੇਸ਼ ਦੇ ਵਿੱਚ। ਜਿਹੜਾ ਅਹੁਦੇਦਾਰ ਹੈ, ਅੱਜ ਕੱਲ੍ਹ ਮੰਤਰੀ ਕਿਹਾ ਜਾਂਦਾ ਹੈ, ਉਦੋਂ ਰਾਜੇ ਤੇ ਬਾਦਸ਼ਾਹ ਹੁੰਦੇ ਸੀ। ਜਿਹੜਾ ਹੁਣ ਵੱਡਾ ਮੰਤਰੀ ਹੈ, ਉਹਦਾ ਬੋਲਿਆ ਹੋਇਆ ਕੀਤਾ ਹੋਇਆ ਫਰਮਾਨ ਹੀ ਚੱਲਣਾ ਸਾਰੇ ਦੇਸ਼ ਵਿੱਚ। ਜੋ ਕਾਨੂੰਨ ਉਹਨੇ ਲਾਗੂ ਕਰ ਦਿੱਤੇ ਉਹ ਚੱਲਣੇ ਹੈ। ਜੋ ਫੜ ਕੇ ਕਿਸੇ ਨੂੰ ਭਾਵੇਂ ਸਜ਼ਾ ਦੇ ਦੇਵੇ, ਅੰਦਰ ਜੇਲ੍ਹ ਦੇ ਤਾੜ ਦੇਵੇ, ਤੇ ਕਿਸੇ ਨੂੰ ਜੇਲ੍ਹ ਦੇ ਵਿੱਚੋਂ ਕਢਾ ਕੇ ਰਿਹਾ ਕਰ ਦੇਵੇ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਦੇ ਮੁਖ ਵਿੱਚ ਹੈ, ਕਿਉਂਕਿ ਇਸ ਮੌਕੇ ਤੇ ਇਹ ਬਾਦਸ਼ਾਹ ਹੈ। ਤੇ ਉਹ ਸੈਯਦ ਨੇ ਇਹ ਸੁਣ ਲਈ ਸਾਰੀ ਗੱਲ, ਤੇ ਸਾਰੀ ਸਭਾ ਵੀ ਸੁਣ ਰਹੀ ਹੈ। ਤੇ ਫਿਰ ਉਹਨੇ ਤਰਕ ਕਰਦਿਆਂ ਦੂਸਰੀ ਵਾਰੀ ਬੋਲਿਆ, ਕਹਿਣ ਲੱਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹ ਤਾਂ ਹੋ ਗਈ ਉਹਦੀ ਕਰਾਮਾਤ, ਪਰ ਤੁਹਾਡੀ ਕਿਹੜੀ ਕਰਾਮਾਤ ਆ? ਤੁਸੀਂ ਵੀ ਆਪਣੇ ਵਿੱਚ ਕੋਈ ਕਰਾਮਾਤ ਰੱਖਦੇ ਹੋ ਕਿ ਨਹੀਂ ਰੱਖਦੇ ਹੋ? ਮਹਾਰਾਜ, ਜਿਹੜਾ ਤੁਸੀਂ ਬਹਾਦਰ ਸ਼ਾਹ ਦੇ ਸੰਬੰਧ ਵਿੱਚ ਦੱਸਿਆ, ਉਹ ਤਾਂ ਬਾਦਸ਼ਾਹ ਬਣ ਹੀ ਰਿਹਾ ਹੈ। ਮਹਾਰਾਜ, ਉਹ ਤਾਂ ਮੈਂ ਸਮਝਦਾ ਹਾਂ ਵੀ ਬਹਾਦਰ ਸ਼ਾਹ ਹੁਣ ਬਾਦਸ਼ਾਹ ਹੈ, ਤੇ ਉਹਦਾ ਕੀਤਾ ਆ ਹੁਕਮ ਜਿਹੜਾ ਉਹ ਸਾਰੇ ਦੇਸ਼ ਵਿੱਚ ਵਰਤੇਗਾ, ਚੱਲੇਗਾ। ਪਰ ਮਹਾਰਾਜ, ਅਸੀਂ ਤਾਂ ਆਪ ਜੀ ਤੋਂ ਪੁੱਛਦੇ ਹਾਂ ਵੀ ਤੁਹਾਡੇ ਵਿੱਚ ਕਿਹੜੀ ਕਰਾਮਾਤ ਹੈ? ਜੇ ਕੋਈ ਕਰਾਮਾਤ ਰੱਖਦੇ ਹੋ ਤੇ ਪ੍ਰਕਾਸ਼ ਕਰੋ, ਉਹਨੂੰ ਪ੍ਰਗਟ ਕਰੋ, ਦੱਸੋ, ਸਾਹਮਣੇ ਲਿਆਓ, ਵਿਖਾਓ ਆਪਣੀ ਕਰਾਮਾਤ ਕੋਈ। ਜਦੋਂ ਸਾਰੀ ਸਭਾ ਦੇ ਵਿੱਚ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਰਹੰਦ ਦੇ ਸੈਯਦ ਕੋਲੋਂ ਇਹ ਤਰਕ ਸੁਣੀ, ਫਿਰ ਮਹਾਰਾਜ ਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ। ਦਸਵੇਂ ਪਾਤਸ਼ਾਹ ਨੇ ਆਪਣੀ ਜੇਬ ਦੇ ਵਿੱਚ ਹੱਥ ਪਾ ਕਰਕੇ ਕੁਝ ਕੁ ਮੋਹਰਾਂ ਕੱਢ ਲਈਆਂ ਆਪਣੀ ਜੇਬ ਦੇ ਵਿੱਚੋਂ ਸੋਨੇ ਦੀਆਂ, ਤੇ ਸਾਰਿਆਂ ਨੂੰ ਮਹਾਰਾਜ ਸੁਣਾਉਂਦਿਆਂ ਹੋਇਆਂ ਫਿਰ ਬੋਲੇ ਗਰੀਬ ਨਵਾਜ। ਹੱਥ ਉੱਤੇ ਮੋਹਰਾਂ ਰੱਖੀਆਂ ਤੇ ਹੱਥ ਮਹਾਰਾਜ ਵਿਖਾਉਂਦਿਆਂ ਹੋਇਆਂ ਮੋਹਰਾਂ ਸੈਯਦ ਨੂੰ ਉੱਤਰ ਦੇ ਰਹੇ ਆ। ਕਹਿਣ ਲੱਗੇ, ਆ ਸਾਡੇ ਹੱਥ ਵਿੱਚ ਵੇਖੋ ਆ ਮੋਹਰਾਂ, ਜੋ ਇਹ ਮਾਇਆ ਹੈ, ਇਹ ਸੋਨੇ ਦੀਆਂ ਮੋਹਰਾਂ ਹਨ। ਸੰਸਾਰ ਦੇ ਵਿੱਚ ਹੈ ਸੈਯਦ ਆ ਦੂਜੀ ਕਰਾਮਾਤ ਹੈ। ਆ ਜਿਹਦੇ ਕੋਲੇ ਰੁਪਈਏ ਹੋਣੇ ਵੀ ਕਰਾਮਾਤ ਹੀ ਏ। ਇਹ ਰੁਪਈਆਂ ਨਾਲ ਵੀ ਬਹੁਤ ਕੁਝ ਕਰ ਲਿਆ ਜਾਂਦਾ ਹੈ, ਇਹਦੇ ਨਾਲ ਵੀ ਬਹੁਤ ਕੁਝ ਹੋ ਜਾਂਦਾ। ਆ ਮਾਇਆ ਵੀ ਦੁਨੀਆ ਦੇ ਵਿੱਚ ਇੱਕ ਕਰਾਮਾਤ ਹੀ ਹੈ। ਜਿਹਦੇ ਪਾਸ ਹੋਣ ਨਾ ਰੁਪਈਏ, ਉਹ ਜੋ ਚਾਹੇ ਉਹ ਕਰ ਸਕਦਾ ਹੈ। ਸੰਸਾਰ ਵਿੱਚ ਬਹੁਤੀ ਨਮਸਕਾਰ ਮਾਇਆ ਨੂੰ ਹੀ ਹੁੰਦੀ ਆ, ਬਹੁਤੇ ਮੱਥੇ ਮਾਇਆ ਨੂੰ ਹੀ ਟਿਕਦੇ ਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਵੀ ਬਚਨ, ਮਹਾਰਾਜ ਸਾਹਿਬ ਜੀ ਨੇ ਦੱਖਣੀ ਓਂਕਾਰ ਦੇ ਵਿੱਚ ਹੀ ਅੰਮ੍ਰਿਤ ਵੇਲੇ ਆਇਆ ਇੱਕ ਦਿਨ, ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਵੀ ਆਥ ਹੋਏ ਤਾਂ ਮੁਕਤ ਸਿਆਣਾ। ਆਥ ਨਾਮ ਕਹਿੰਦੇ ਮਾਇਆ ਨੂੰ, ਦੌਲਤ ਨੂੰ, ਵੀ ਜਿਹਦੇ ਘਰ ਦੇ ਵਿੱਚ ਦੌਲਤ ਹੋਵੇ ਤੇ ਉਹ ਮੂਰਖ ਵੀ ਸਿਆਣਾ ਬਣ ਜਾਂਦਾ। ਜਿਹਦੇ ਕੋਲੇ ਰੁਪਈਏ ਜ਼ਿਆਦੇ ਹੋਣ ਉਹਨਾਂ ਦੇ ਕਮਲੇ ਵੀ ਸਿਆਣੇ ਹੁੰਦੇ ਆ, ਜਿਹਦੇ ਕੋਲੇ ਰੁਪਈਏ ਨਾ ਹੋਣ ਤੇ ਉਹ ਸਿਆਣੇ ਵੀ ਉਹਨਾਂ ਨੂੰ ਕਮਲੇ ਗਿਣੇ ਜਾਂਦੇ ਆ। ਤੇ ਸਿੱਧਾ ਹੀ ਅਸਲ ਵਿੱਚ ਜਿਹੜੀਆਂ ਕਹਾਵਤਾਂ ਬਣਾਈਆਂ ਸੀ ਨਾ ਬਜ਼ੁਰਗਾਂ ਨੇ, ਉਹ ਗੁਰਬਾਣੀ ਪੜ੍ਹਦੇ ਹੋਣਗੇ ਜਾਂ ਇਤਿਹਾਸ ਵੀ ਸੁਣਦੇ ਹੋਣਗੇ, ਐ ਕਈ ਢੁਕਦੀਆਂ ਪੂਰੀਆਂ ਬਾਣੀ ਦੇ ਨਾਲ। ਜਿਵੇਂ ਇਹ ਪੰਕਤੀ ਆਈ ਨਾ, ਆਥ ਹੋਏ ਤਾਂ ਮੁਕਤ ਸਿਆਣਾ, ਕਿ ਜਿਹਦੇ ਘਰੇ ਮਾਇਆ ਹੋਵੇ ਤੇ ਉਹ ਕਮਲਾ ਵੀ ਸਿਆਣਾ ਹੁੰਦਾ। ਤੇ ਇੱਕ ਕਹਾਵਤ ਆਮ ਬੋਲ ਬੋਲਿਆ, ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਵੀ ਦਾਣੇ ਆ ਬਹੁਤੇ ਦੁਨੀਆ ਤੇ, ਬਾਕੀ ਅਕਲ ਹੋਰ ਕੁਝ ਨਹੀਂ ਵੇਂਦੀ, ਉਹ ਤਾਂ ਦਾਣੇ ਵੇਂਦੇ। ਕਹਿੰਦੇ ਜ਼ਮੀਨ ਕਿੰਨੀ ਹੈ, ਰੁਪਈਏ ਕਿੰਨੇ ਆ, ਦੌਲਤ ਕਿੰਨੀ ਕਾ। ਇਹ ਮਾਇਆ ਕਰਕੇ ਕੁਝ ਸੋਭਾ ਸੰਸਾਰ ਦੇ ਵਿੱਚ ਹੈ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਆ ਜਿਹੜੀਆਂ ਮੋਹਰਾਂ ਦੌਲਤ ਵਾ, ਇਹ ਵੀ ਇੱਕ ਕਰਾਮਾਤ ਹੀ ਹੈ ਸੰਸਾਰ ਵਿੱਚ।
ਹਾਂ, ਜਿਹਨੂੰ ਪ੍ਰਾਪਤ ਕਰਨ ਵਾਸਤੇ ਹਜ਼ਾਰਾਂ ਲੋਕ ਹੀ ਮਰ ਗਏ। ਹੁਣ ਬਹੁਤੀ ਲੜਾਈ ਤੇ ਰੁਪਈਆਂ ਦੀ ਆ, ਹੋਰ ਕਾਹਦੀ ਆ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਇਹਨੂੰ ਪ੍ਰਾਪਤ ਕਰਨ ਵਾਸਤੇ ਲੜਦਿਆਂ ਲੜਦਿਆਂ ਹਜ਼ਾਰਾਂ ਹੀ, ਜੇ ਇੱਕ ਦੇਸ਼ ਦੂਜੇ ਦੇਸ਼ ਨਾਲ ਲੜਦਾ ਤੇ ਮਾਇਆ ਵਾਸਤੇ ਹੀ ਆ। ਇੱਕ ਪਰਿਵਾਰ ਦੂਜੇ ਨਾਲ ਲੜਦਾ ਮਾਇਆ ਵਾਸਤੇ ਆ। ਇੱਕ ਪਰਿਵਾਰ ਆਪਸ ਵਿੱਚ ਲੜਦਾ ਤਾਂ ਵੀ ਮਾਇਆ ਵਾਸਤੇ ਹੀ ਆ। ਜ਼ਮੀਨ ਵੰਡਣ ਵਾਸਤੇ, ਘਰ ਵੰਡਣ ਵਾਸਤੇ, ਰੁਪਈਏ ਵੰਡਣ ਵਾਸਤੇ ਹੈ। ਜੇ ਹੋਰ ਕੋਈ ਵੀ ਲੜਦਾ ਸੰਸਾਰ ਦੇ ਵਿੱਚ, ਬਹੁਤੀ ਜ਼ਿਆਦੀ ਲੜਾਈ ਜਿਹੜੀ ਆ ਉਹ ਰੁਪਈਆਂ ਦੀ ਆ, ਮਾਇਆ ਦੀ ਆ। ਭਾਵੇਂ ਜ਼ਮੀਨ ਦੇ ਰੂਪ ਵਿੱਚ ਹੋਵੇ, ਭਾਵੇਂ ਹੋਰ ਕਿਸੇ ਰੂਪ ਦੇ ਵਿੱਚ ਹੋਵੇ। ਸਤਿਗੁਰੂ ਕਹਿੰਦੇ ਹਜ਼ਾਰਾਂ ਲੋਕ ਇਸ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਲੜ ਲੜ ਕੇ ਮਰ ਗਏ। ਤੇ ਇਹ ਬਚਨ ਸੁਣ ਕੇ ਹੁਣ ਜਦੋਂ ਦੂਜੀ ਕਰਾਮਾਤ ਦੱਸ ਦਿੱਤੀ ਸੰਸਾਰ ਦੀ, ਸੁਣ ਕੇ ਫੇਰ ਬੋਲਿਆ ਸੈਯਦ, ਕਹਿੰਦਾ ਜੀ ਇਹ ਤੇ ਰੁਪਈਆਂ ਦੀ ਹੋ ਗਈ ਕਰਾਮਾਤ, ਇਹ ਤੇ ਦੌਲਤ ਦੀ ਕਰਾਮਾਤ ਹੋ ਗਈ। ਮੈਂ ਪੁੱਛਦਾ ਵਾਂ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਵਿੱਚ ਕਿਹੜੀ ਕਰਾਮਾਤ ਹੈ? ਤੁਸੀਂ ਆਪਣੀ ਕਰਾਮਾਤ ਦੱਸੋ। ਹਾਂ, ਇਹ ਦੌਲਤ ਆਦਿਕ ਅਨੇਕ ਪ੍ਰਕਾਰ ਦੀ ਮਾਇਆ ਤਾਂ ਸੰਸਾਰ ਵਿੱਚ ਹੈ ਹੀ, ਜਿਸ ਕਰਕੇ ਹਜ਼ਾਰਾਂ ਲੋਕ ਮੰਨਦੇ ਹਨ, ਭਾਵੇਂ ਮਾਇਆ ਕਰਕੇ ਮਗਰ ਲੱਗ ਜਾਂਦੇ ਹਨ। ਹੁਣ ਜਦੋਂ ਇਹ ਦੋ ਕਰਾਮਾਤਾਂ ਤੋਂ ਬਾਅਦ ਫੇਰ ਉਹਨੇ ਪੁੱਛਿਆ ਨਾ, ਤੇ ਸੁਣ ਕੇ ਫਿਰ ਮਹਾਰਾਜ ਸਾਹਿਬ ਜੀ ਨੇ ਗਾਤਰੇ ਜਿਹੜੀ ਸ੍ਰੀ ਸਾਹਿਬ ਸੀ ਨਾ, ਉਹ ਕੱਢ ਲਈ ਮਿਆਨ ਦੇ ਵਿੱਚੋਂ ਬਾਹਰ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਸ੍ਰੀ ਸਾਹਿਬ ਕੱਢ ਲਈ। ਹੁਣ ਸਾਰਿਆਂ ਦੇ ਵਿੱਚ ਬੈਠੇ ਵੀ ਉੱਚੇ ਥਾਂ ਤੇ ਆ, ਮਹਾਰਾਜ ਨੇ ਉੱਚੇ ਥਾਂ ਸਿੰਘਾਸਨ ਤੇ ਬੈਠੇ ਆ। ਕਿ ਹੁਣ ਸ੍ਰੀ ਸਾਹਿਬ ਕੱਢ ਕੇ ਤਾਂ ਕੀਤੀ ਉੱਚੀ, ਤੇ ਆਕਾਸ਼ੀ ਬਿਜਲੀ ਜਿਹੜੀ ਬੱਦਲਾਂ ਦੇ ਵਿੱਚ ਹੁੰਦੀ ਨਾ, ਉਹਨੂੰ ਕਹਿੰਦੇ ਛਟਾ। ਉਹ ਬੱਦਲਾਂ ਦੀ ਬਿਜਲੀ ਦੇ ਸਮਾਨ ਪ੍ਰਕਾਸ਼ੀ ਹੈ, ਚਮਕੀ ਹੈ ਗੁਰੂ ਕੀ ਤੇਗ। ਉਸੇ ਵੇਲੇ ਉਹ ਸੈਯਦ ਦਾ ਵੀ ਚਿਹਰਾ ਪੀਲਾ ਜਿਹਾ ਪੈ ਗਿਆ, ਤੇ ਬਾਕੀਆਂ ਦੇ ਵੀ ਚਿਹਰੇ ਪੀਲੇ ਜਿਹੇ ਪੈ ਗਏ ਵੀ ਆਹ ਕੀ ਹੋ ਗਿਆ, ਦਸਵੇਂ ਪਾਤਸ਼ਾਹ ਨੇ ਕਿਰਪਾਨ ਕਿਉਂ ਕੱਢ ਲਈ? ਸਾਰਿਆਂ ਦੇ ਚਿਹਰੇ ਪੀਲੇ ਪੈ ਗਏ। ਨੇਤਰ ਸਾਹਮਣੇ ਨਹੀਂ ਕਰਦੇ, ਹੁਣ ਸਾਰਿਆਂ ਦੇ ਅੱਖਾਂ ਨੀਵੀਆਂ ਹੋ ਗਈਆਂ। ਤੇਜ ਹੈ ਚੜ੍ਹਦੇ ਸੂਰਜ ਦੀ ਲਾਲੀ ਆ ਮਹਾਰਾਜ ਸਾਹਿਬ ਦੇ ਚਿਹਰੇ ਤੇ, ਤੇਜ ਤਪ ਹੈ। ਤੇ ਸਤਿਗੁਰੂ ਜੀ ਨੇ ਮੁਖ ਤੋਂ ਫਿਰ ਬਚਨ ਕੀਤਾ, ਵੀਰ ਰਸ ਵਿੱਚ ਆ ਕੇ ਹੱਥ ਵਿੱਚ ਸ੍ਰੀ ਸਾਹਿਬ ਕੱਢੀ ਹੋਈ ਹੈ। ਮਹਾਰਾਜ ਕਹਿੰਦੇ ਸੈਯਦ ਇੱਕ ਆ ਵੀ ਕਰਾਮਾਤ ਵਾ, ਆ ਸ੍ਰੀ ਸਾਹਿਬ ਵੀ ਮਹਾਰਾਜ ਕਹਿੰਦੇ ਇੱਕ ਕਰਾਮਾਤ ਹੈ। ਮਹਾਰਾਜ ਕਹਿੰਦੇ ਵਿਖਾਈਏ ਹੁਣ ਇਹ ਕਰਾਮਾਤ, ਹੁਣੇ ਤੇਰਾ ਸਿਰ ਲਾ ਦਈਏ ਧੜ ਨਾਲੋਂ, ਵੇਖ ਕਰਾਮਾਤ। ਹੁਣ ਆ ਵੀ ਇੱਕ ਕਰਾਮਾਤ ਸੰਸਾਰ ਵਿੱਚ ਕਹਾਉਂਦੀ ਆ, ਤੇ ਹੁਣੇ ਤੇਰਾ ਸਿਰ ਲਾਹ ਕਰਕੇ, ਜਿਵੇਂ ਟਾਹਣੀ ਨਾਲੋਂ ਫਲ ਲਾ ਕੇ ਥੱਲੇ ਸੁੱਟ ਦੇਈਦਾ ਨਾ, ਇਸ ਤਰ੍ਹਾਂ ਤੇਰਾ ਕੱਦੂ ਵਾਂਗੂ ਸਿਰ ਲਾਹ ਕਰਕੇ ਥੱਲੇ ਸੁੱਟ ਦਿੰਨੇ ਹੁਣੇ ਹੀ। ਫਿਰ ਤੂੰ ਚੁੱਪ ਕਰੇਗਾ ਇਹ ਸਵਾਲ ਕਰਨੋਂ, ਫਿਰ ਨਾ ਤੇਰੇ ਕੋਲ ਕੋਈ ਜਵਾਬ ਹੋਣਾ ਤੇ ਨਾ ਕੋਈ ਸਵਾਲ ਹੋਣਾ ਹੈ। ਐਵੇਂ ਵਿਅਰਥ ਝਗੜੇ ਕਰ ਕਰਕੇ ਜੀਵਨ ਖਰਾਬ ਕਰ ਰਿਹਾ ਹੈ। ਹੁਣ ਸਤਿਗੁਰੂ ਜੀ ਦਾ ਵੱਡਾ ਤੇਜ ਵੇਖ ਕਰਕੇ ਸੈਯਦ ਸ਼ਰਮਿੰਦਾ ਹੋ ਗਿਆ, ਕਿਉਂਕਿ ਸਤਿਗੁਰੂ ਅੰਤਰਜਾਮੀ ਆ, ਸਵਾਲ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਇਹ ਈਰਖਾ ਵਿੱਚ ਆ ਕੇ ਕਰ ਰਿਹਾ ਸੀ। ਇਹਦੇ ਅੰਦਰ ਨੂੰ ਪੜ੍ਹਿਆ ਮਹਾਰਾਜ ਨੇ। ਕੋਈ ਜਗਿਆਸੂ ਬਣ ਕੇ ਪ੍ਰੇਮ ਨਾਲ ਜੋ ਮਰਜ਼ੀ ਪੁੱਛ ਲਵੇ ਤੇ ਸਤਿਗੁਰੂ ਦੱਸ ਦਿੰਦੇ ਆ, ਪਰ ਜਿਹੋ ਜਿਹਾ ਅਗਲਾ ਹੋਵੇ ਉਹੋ ਜਿਹਾ ਹੀ ਉੱਤਰ ਦੇਣਾ ਪੈਂਦਾ ਨਾ। ਮਹਾਰਾਜ ਸਾਹਿਬ ਜੀ ਨੇ ਬਾਣੀ ਚ ਆਖਿਆ ਵੀ ਮੂਰਖ ਹੈ ਨਾਲ ਨਾਲ ਲੁੱਝੀ ਗਿਆ ਹੈ। ਜਿਹੜਾ ਮੂਰਖ ਉਹਦੇ ਨਾਲ ਉਹਦੇ ਤੋਂ ਆਸਾ ਪਾਸਾ ਕਰ ਜੋ। ਇੱਕ ਥਾਂ ਤੇ ਇਹ ਆਖਿਆ ਤੇ ਇੱਕ ਥਾਂ ਤੇ ਇਹ ਵੀ ਆਖਿਆ ਵੀ ਮੂਰਖ ਗੰਢ ਪਵੇ ਮੋਹਿ ਮਾਰ, ਵੀ ਮੂਰਖ ਜਿਹੜਾ ਸਿਰ ਤੇ ਚੜੀ ਆਵੇ ਤੇ ਉਹਦੇ ਫਿਰ ਮੂੰਹ ਤੇ ਵੀ ਮਾਰਨੀ ਪੈਂਦੀ, ਤਾਂ ਉਹਦੇ ਨਾਲ ਸਾਂਝ ਬਣਦੀ। ਤੋ ਇਸ ਤਰੀਕੇ ਨਾਲ ਇਹ ਹੈ ਹੀ ਇਸ ਤਰ੍ਹਾਂ ਦਾ ਸੀ, ਕਿਉਂਕਿ ਇਹ ਈਰਖਾ ਦੇ ਵਿੱਚੋਂ ਇਹਦੇ ਅੰਦਰੋਂ ਨਿਕਲਿਆ ਸੀ ਇਹ ਸਵਾਲ। ਉਂਝ ਨਹੀਂ ਸੀ ਇਹ ਕਰਾਮਾਤ ਵੇਖਣਾ ਚਾਹੁੰਦਾ।
ਇਹਨੇ ਜਦੋਂ ਮਹਾਰਾਜ ਸਾਹਿਬ ਦੀ ਸੋਭਾ ਵੇਖੀ, ਉੱਚੇ ਥਾਂ ਤੇ ਗੁਰੂ ਸਾਹਿਬ ਜੀ ਨੂੰ ਬੈਠਿਆਂ ਵੇਖਿਆ, ਤੇ ਫਿਰ ਇਹ ਮਹਾਰਾਜ ਸਾਹਿਬ ਜੀ ਦੀ ਸੋਭਾ ਨਾ ਜਰ ਸਕਿਆ। ਇਸ ਕਰਕੇ ਇਹਨੇ ਵਾਰ-ਵਾਰ ਸਵਾਲ ਕੀਤੇ ਤੇ ਮਹਾਰਾਜ ਨੇ ਇਹਦੇ ਸਵਾਲ ਦੇ ਉੱਤਰ ਦਿੰਦਿਆਂ ਹੋਇਆਂ ਅਸਲੀਅਤ ਵਿੱਚ ਹੀ ਬਚਨ ਕਹੇ ਆ। ਬਾਦਸ਼ਾਹ ਦੇ ਮੁਖ ਦਾ ਬਚਨ ਵੀ ਇੱਕ ਕਰਾਮਾਤ ਹੀ ਹੁੰਦਾ, ਰੁਪਈਏ ਵੀ ਸੰਸਾਰ ਵਿੱਚ ਇੱਕ ਕਰਾਮਾਤ ਹੀ ਆ, ਤੇ ਤੇਗ ਵੀ ਇੱਕ ਕਰਾਮਾਤ, ਹਥਿਆਰ ਵੀ ਕਰਾਮਾਤ ਹੀ ਆ। ਮਹਾਰਾਜ ਕਹਿੰਦੇ ਆ ਕਰਾਮਾਤ ਵਿਖਾਉਣੇ ਤੈਨੂੰ, ਤੇ ਇਹੋ ਹੀ ਕਰਾਮਾਤ ਆਪਣੇ ਖਾਲਸੇ ਨੂੰ ਮਹਾਰਾਜ ਨੇ ਦਿੱਤੀ ਹੈ, ਸ਼ਸਤਰਧਾਰੀ ਹੋਣਾ, ਤਿਆਰ ਬਰ ਤਿਆਰ ਹੋਣਾ। ਤੇ ਉਸ ਵੇਲੇ ਫਿਰ ਇਹ ਸੈਯਦ ਸ਼ਰਮਿੰਦਾ ਹੋ ਗਿਆ, ਨੀਵਾਂ ਹੋ ਗਿਆ ਇਹਦਾ ਚਿਹਰਾ। ਫਿਰ ਕੋਈ ਉਸ ਤੋਂ ਬਾਅਦ ਸਵਾਲ ਨਹੀਂ ਇਹਨੇ ਕੀਤਾ। ਫਿਰ ਧੌਣ ਨੀਵੀਂ ਹੋ ਗਈ ਤੇ ਧਰਤੀ ਵੱਲ ਨੂੰ ਹੀ ਵੇਖੀ ਜਾਂਦਾ ਹੈ। ਇਸ ਤਰ੍ਹਾਂ ਕੁਝ ਸਮਾਂ ਹੋਰ ਮਹਾਰਾਜ ਸਾਹਿਬ ਜੀ ਇੱਥੇ ਸਥਿਤ ਰਹੇ। ਫਿਰ ਮਹਾਰਾਜ ਨੇ ਚਾਹਿਆ ਵੀ ਹੁਣ ਜਿੱਥੇ ਪੜਾਅ ਕੀਤਾ ਬਾਗ ਵਿੱਚ ਉੱਥੇ ਚੱਲੀਏ। ਫਿਰ ਘੋੜੇ ਤੇ ਸਵਾਰ ਹੋ ਗਏ ਤੇ ਹੌਲੀ ਹੌਲੀ ਚਾਲ ਚੱਲੇ। ਸੋਭਾ ਵਾਲੇ ਸਾਰੇ ਜਗਤ ਦੇ ਬੰਦਨਾ ਕਰਨ ਜੋ, ਜਿਨ੍ਹਾਂ ਨੂੰ ਸਾਰਾ ਸੰਸਾਰ ਹੀ ਨਮਸਕਾਰਾਂ ਕਰਦਾ ਹੈ, ਐਸੇ ਸਤਿਗੁਰੂ ਜੀ ਆਣ ਪਹੁੰਚੇ। ਘੋੜੇ ਤੋਂ ਉਤਰ ਕੇ ਜਿੱਥੇ ਬਾਗ ਵਿੱਚ ਡੇਰਾ ਕੀਤਾ ਸੀ ਉੱਥੇ ਸਥਿਤ ਹੋ ਗਏ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਸੋਹਣੇ ਪਲੰਘ ਦੇ ਉੱਤੇ ਸਾਧ ਸੰਗਤ ਜੀ ਆ ਕਰਕੇ ਸੋਭਾ ਪਾਉਣਾ ਕੀਤੀ ਆ। ਪਲੰਘ ਦੇ ਉੱਤੇ ਮਹਾਰਾਜ ਸਾਹਿਬ ਜੀ ਸੁਭਾਏਮਾਨ ਹੋਏ। ਭਾਈ ਵੀਰ ਸਿੰਘ ਜੀ ਨੇ ਕੁਝ ਬਚਨ ਲਿਖੇ ਆ ਹੇਠਾਂ। ਕਹਿੰਦੇ ਇਸ ਦਾ ਭਾਵ ਇਹ ਹੈ ਕਿ ਸੰਸਾਰ ਵਿੱਚ ਕਰਾਮਾਤ ਇਹਨਾਂ ਚੀਜ਼ਾਂ ਦੀ ਹੈ ਜੋ ਮਹਾਰਾਜ ਨੇ ਦੱਸੀਆਂ। ਜਿਸ ਅੱਗੇ ਤੁਸੀਂ ਝੁਕਦੇ ਹੋ, ਸੈਯਦ ਨੂੰ ਦੱਸਿਆ ਵੀ ਇਹ ਚੀਜ਼ਾਂ ਵਾ ਸੰਸਾਰ ਵਿੱਚ ਕਰਾਮਾਤ, ਜਿਹਦੇ ਅੱਗੇ ਤੁਸੀਂ ਝੁਕਦੇ ਹੋ। ਜੋ ਕਰਾਮਾਤ ਸਿੱਧੀਆਂ ਵਾਲੀ ਹੈ ਸੋ ਨਾਟਕ ਚੇਟਕ ਹੈ। ਜੋ ਕਰਾਮਾਤ ਰੂਹਾਨੀ ਔਜ ਹੈ ਉਸ ਨੂੰ ਤੁਸੀਂ ਮਾਇਆ ਪੂਜ ਤੇ ਤਸੱਵੁਰ ਦੇ ਭਰੇ ਲੋਕ ਸਮਝ ਨਹੀਂ ਸਕਦੇ। ਵੀ ਇੱਕ ਰੂਹਾਨੀਅਤ ਦੀ ਕਰਾਮਾਤ ਹੈ, ਉਹਨੂੰ ਤੁਸੀਂ ਸਮਝ ਨਹੀਂ ਸਕਦੇ, ਇਸ ਕਰਕੇ ਉਹਦਾ ਨਹੀਂ ਜ਼ਿਕਰ ਇੱਥੇ ਕੀਤਾ ਰੂਹਾਨੀਅਤ ਕਰਾਮਾਤ ਦਾ। ਜਿਹੜੀ ਤੁਸੀਂ ਸਮਝ ਸਕਦੇ ਉਹੀ ਦੱਸੀ ਮਹਾਰਾਜ ਨੇ। ਇਸ ਲਈ ਉਸ ਸੰਬੰਧੀ ਬਚਨ ਬਿਲਾਸ ਸੁਣਨ ਦੇ ਲਾਇਕ ਤੁਸੀਂ ਨਹੀਂ ਹੋ। ਤੋ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਦਾ ਇਹ ਚਾਹਵਾਨ ਸੀ ਸੈਯਦ, ਉਸ ਤਰ੍ਹਾਂ ਦਾ ਇਹਨੂੰ ਮਹਾਰਾਜ ਨੇ ਉੱਤਰ ਦਿੱਤਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਆਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ 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 हे गोविंद हे गोपाल हे दयाल लाल। प्राणनाथ अनाथ सखे दीन दर्द निवार। हे समरथ अगम पूरन मोहे मया तार। अंधकूप महाभयान नानक पारे उतार। आए प्रभ शरणागति कृपा नित। एक अखर हर मन बसत नानक। कथा निता प्रत होत है सुनहो सिंह। नानक गुर गोबिंद सिंह जी सदा करे। नानक गुर गोबिंद सिंह जी सदा करे। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा